ਲਗਾਤਾਰ ਜਿਹੜਾ ਹੈ ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ, ਕਲਾਕਾਰ, ਮਜ਼ਦੂਰ, ਹਰ ਵਰਗ ਦੇ ਜਿਹੜੇ ਲੋਕ ਨੇ ਉਹ ਸੜਕਾਂ ਉੱਤੇ ਉਤਰੇ ਨੇ, ਰੇਲ ਪਟਰੀਆਂ ਦੇ ਨੇ, ਧਰਨੇ ਲਗਾ ਰਹੇ ਨੇ। ਸੋ ਅੱਜ ਅਸੀਂ ਮਰਿੰਡਾ ਆਏ ਹਾਂ ਜਿੱਥੇ ਨਜ਼ਿਫਟਾ ਵੱਲੋਂ ਜੋ ਹੈ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਨਾਲ ਰਲ ਕੇ। ਸੋ ਮੇਰੇ ਨਾਲ ਇੱਥੇ ਸੀਮਾ ਕੌਸ਼ਲ ਜੀ ਮੌਜੂਦ ਨੇ, ਜਿਨ੍ਹਾਂ ਨੂੰ ਤੁਸੀਂ ਸਭ ਜਾਣਦੇ ਹੋ, ਬਹੁਤ ਸਾਰੀ ਫਿਲਮਾਂ ਵਿੱਚ ਦੇਖਦੇ ਹੋ। ਸੀਮਾ ਜੀ, ਤੁਸੀਂ ਅੱਜ ਇੱਥੇ ਆਏ ਹੋ, ਅੱਜ ਮਰਿੰਡਾ ਦੇ ਵਿੱਚ ਧਰਨਾ ਲਗਾਇਆ ਗਿਆ ਨਜ਼ਿਫਟਾ ਵੱਲੋਂ, ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ ਕਹਿਣਾ ਇਹ ਹੈ ਕਿ ਜਿਹੜਾ ਇਹ ਸਮਾਂ ਹੈ ਬਹੁਤ ਤਕਲੀਫਦੇਹ ਹੈ, ਇਹ ਸਾਡੇ ਸਾਰਿਆਂ ਲਈ ਬੜੀ ਦੁੱਖ ਦੀ ਗੱਲ ਹੈ। ਅਸੀਂ ਇਹ ਕੋਈ ਇਹ ਨਹੀਂ ਕਿ ਅਸੀਂ ਆਪਣੀ ਆਪ ਦੀ ਸਾਰੇ ਸਪੋਰਟ ਕਰ ਰਹੇ ਹਾਂ, ਕਿਉਂਕਿ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਤਕਲੀਫ ਹੈ ਤਾਂ ਅਸੀਂ ਇੱਥੇ ਆਏ ਹਾਂ। ਕਿਉਂਕਿ ਕਿਸਾਨ ਜਿਹੜੇ ਹੈਗੇ, ਅਸੀਂ ਵੀ, ਮੈਂ ਜੇ ਆਪਣੇ ਆਪ ਨੂੰ ਲਾਵਾਂ ਵੀ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ। ਸੋ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੀ ਕਰਦੇ ਹਾਂ ਕਿ ਤੁਸੀਂ ਜਿਹੜਾ ਇਹ ਬਿੱਲ ਜਿਹੜਾ ਬਣਾਇਆ ਇਹਨੂੰ ਰੱਦ ਕੀਤਾ ਜਾਵੇ। ਬਹੁਤ ਵਿਰੋਧ ਕੀਤਾ ਜਾ ਰਿਹਾ ਹੈ। ਸੋ ਜਿਹੜੀਆਂ ਇੱਕ ਸਾਡਾ ਅੰਨਦਾਤਾ ਹੈ, ਜਿਹਨੇ ਆਪਣਾ ਮਤਲਬ ਬੱਚਿਆਂ ਵਾਂਗੂ ਸਮਝਦੇ ਹਾਂ ਆਪਾਂ ਇੱਕ ਫਸਲ ਨੂੰ, ਹੈ ਨਾ, ਤਾਂ ਉਹ ਜਿਹੜੇ ਕਿਸਾਨ ਹੈ ਅੱਜ ਉਹਨਾਂ ਦੇ ਦਿਲ ਜਾਂ ਦੇਖਿਆ ਜਾਵੇ ਕਿਵੇਂ ਉਹ ਅੱਜ ਦੁਖੀ ਨੇ ਜਾਂ ਸੜਕਾਂ 'ਤੇ ਉਤਰੇ ਹੋਏ ਨੇ। ਇਹ ਸੜਕਾਂ 'ਤੇ ਉਤਰਨਾ ਇੱਕ ਦਿਖਾਵਾ ਨਹੀਂ, ਇਹ ਇੱਕ ਦੁੱਖ ਹੈ ਜਿਹੜਾ ਕਿ ਸਾਡੇ ਤੋਂ ਸੰਭਾਲਿਆ ਨਹੀਂ ਜਾ ਰਿਹਾ। ਤਾਂ ਇਹ ਅਸੀਂ ਕਹਾਂਗੇ ਕਿ ਅੱਜ ਅਸੀਂ ਇੱਥੇ ਮਰਿੰਡਾ ਪਹੁੰਚੇ ਹਾਂ, ਸਾਡੀ ਨਜ਼ਿਫਟਾ ਦੀ ਸਾਰੀ ਟੀਮ ਹੈ, ਅਤੇ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਇਹੀ ਕਹਾਂਗੇ ਕਿ ਅਸੀਂ ਤੁਹਾਡੇ ਨਾਲ ਹਾਂ, ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਖੜ੍ਹੇ ਹਾਂ। ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਖੜ੍ਹੇ ਹਾਂ, ਕਿਉਂਕਿ ਇਹ ਲੜਾਈ ਉਹਨਾਂ ਦੀ ਇਕੱਲਿਆਂ ਦੀ ਨਹੀਂ, ਇਹ ਸਾਡੀ ਸਾਰਿਆਂ ਦੀ ਲੜਾਈ ਹੈ। ਅਤੇ ਕਿਉਂਕਿ ਅਸੀਂ ਹਾਂ ਤਾਂ ਸਾਡਾ ਜੇ ਅੰਨਦਾਤਾ ਖੁਸ਼ ਹੈ ਤਾਂ ਅਸੀਂ ਖੁਸ਼ ਹਾਂ, ਜੇ ਸਾਡਾ ਅੰਨਦਾਤਾ ਹੀ ਖੁਸ਼ ਨਹੀਂ ਤਾਂ ਫਿਰ ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ। ਸੋ ਅੱਜ ਅਸੀਂ ਆਏ ਹਾਂ, ਪਰ ਬਾਰ-ਬਾਰ ਇੱਕ ਬੇਨਤੀ ਜ਼ਰੂਰ ਕਰਦੇ ਹਾਂ ਸਰਕਾਰ ਨੂੰ ਵੀ ਤੁਹਾਡੇ ਕਿਸੇ ਤਰੀਕੇ ਸਾਡੀ ਆਵਾਜ਼ ਪਹੁੰਚ ਜੇ ਅਤੇ ਸਾਡੀ ਜਿਹੜੀ ਤਕਲੀਫ ਹੈ ਉਹਨੂੰ ਸੁਣਿਆ ਜਾਵੇ, ਸਾਡੀ ਇੱਕ ਬੇਨਤੀ ਨੂੰ ਮੰਨਿਆ ਜਾਵੇ। ਅਤੇ ਕੋਈ ਬਹੁਤ ਵੱਡੀ ਬੇਨਤੀ ਨਹੀਂ ਅਸੀਂ ਕਰ ਰਹੇ, ਅਤੇ ਜਿਹੜੀ ਸਾਡੀ ਜਾਇਜ਼ ਮੰਗ ਹੈ ਉਹ ਅਸੀਂ ਮੂਹਰੇ ਰੱਖ ਰਹੇ ਹਾਂ। ਅੱਜ ਇਸੇ ਲਈ ਅਸੀਂ ਇੱਥੇ ਪਹੁੰਚੇ ਹਾਂ ਜੀ ਬਿਲਕੁਲ। ਔਰ ਜਿਵੇਂ ਕਿ ਸੀਮਾ ਜੀ ਨੇ ਕਿਹਾ ਹੈ ਕਿ ਅੱਜ ਬਿਲਕੁਲ ਉਹ ਜਿਹੜੀ ਬੇਨਤੀ ਕਰ ਰਹੇ ਨੇ ਉਹ ਜਾਇਜ਼ ਨਹੀਂ, ਕਿਉਂਕਿ ਹਰ ਕਿਸੇ ਦਾ ਹੱਕ ਹੈ ਕਿ ਉਹ ਜਿਹੜਾ ਕਿਸਾਨਾਂ ਨੂੰ ਮਰਨ ਨਾ ਦੇਵੇ, ਔਰ ਕਿਸਾਨਾਂ ਦਾ ਹੱਕ ਹੈ ਪੂਰਾ ਕਿ ਉਹ ਇਸ ਬਿੱਲ ਦੇ ਵਿੱਚ ਜਿਹੜਾ ਹੈ ਜੋ ਇਹ ਕਾਨੂੰਨ ਬਣ ਚੁੱਕੇ ਇਸ ਦੇ ਵਿਰੋਧ ਵਿੱਚ ਰਹਿਣ। ਸੋ ਹੁਣ ਤੁਸੀਂ, ਮੈਨੂੰ ਲੱਗਦਾ ਹੈ ਉੱਥੇ ਰੇਲ ਪੱਟੀ 'ਤੇ ਜਾਓਗੇ ਉੱਥੇ? ਹਾਂਜੀ, ਹੁਣ ਅਸੀਂ ਸਾਰੀ ਟੀਮ ਸਾਡੀ ਪਹੁੰਚੀ ਹੋਈ ਹੈ ਅਤੇ ਅਸੀਂ ਨਾਲ ਜਾ ਰਹੇ ਹਾਂ ਉੱਥੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਅਸੀਂ ਜਿਸ ਸੀਮਾ ਜੀ ਨਾਲ ਗੱਲ ਕੀਤੀ, ਇੱਥੇ ਸਰਦਾਰ ਸੋਹੀ ਜੀ ਵੀ ਬੈਠੇ ਨੇ। ਸਰਦਾਰ ਸੋਹੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਅੱਜ ਵੈਸੇ ਤਾਂ ਸਾਰੇ ਕਲਾਕਾਰ ਜਿਹੜੇ ਆ ਧਰਨੇ ਲਗਾ ਹੀ ਰਹੇ ਆ ਕਾਫੀ ਦਿਨਾਂ ਤੋਂ, 25 ਤਰੀਕ ਤੋਂ ਇਹ ਸ਼ੁਰੂ ਹੋਇਆ ਜਿਹੜਾ। ਹੁਣ ਨਜ਼ਿਫਟਾ ਵੱਲੋਂ ਮੈਨੂੰ ਲੱਗਦਾ ਹੈ ਕਿ ਪਹਿਲੇ ਸਾਰੇ ਜਾਣੇ ਇਕੱਠੇ ਹੋ ਕੇ ਹੁਣ ਇਹ ਪਹਿਲਾ ਜਿਹੜਾ ਧਰਨਾ ਲਗਾਇਆ ਜਾ ਰਿਹਾ ਕਿ ਨਜ਼ਿਫਟਾ ਦੇ ਸਾਰੇ ਮੈਂਬਰ ਇਕੱਠੇ ਆ ਇੱਕ ਥਾਂ 'ਤੇ ਮਰਿੰਡਾ ਦੇ ਵਿੱਚ। ਸੋ ਜਿਹੜਾ ਇਹ ਧਰਨਾ ਹੈ, ਪਹਿਲੇ ਸਭ ਤੋਂ ਪਹਿਲਾਂ ਤਾਂ ਕਹੂੰਗੀ ਕਿ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਹੈ, ਕਿਉਂਕਿ 14 ਨੂੰ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਸੱਦਾ ਹੈ ਕਿ ਉੱਥੇ ਜਿਹੜੀ ਜਥੇਬੰਦੀਆਂ ਜਾਣ। ਇੱਕ ਜੱਥਾ ਜਿਹੜਾ ਹੈ ਜਾ ਰਿਹਾ ਹੈ, ਇੱਕ ਜਥੇਬੰਦੀ ਜਾ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਲੱਗਦਾ ਹੈ ਕਿ ਬਾਕੀ ਜਥੇਬੰਦੀਆਂ ਵੀ ਮੰਨਣਗੀਆਂ ਜਾਂ ਫਿਰ ਕੀ ਡਿਸੀਜਨ ਲਿੱਤਾ ਜਾਵੇਗਾ? ਜੀ ਬਾਕੀ ਦੇਖੋ, ਕਿਸਾਨ ਜਥੇਬੰਦੀਆਂ ਤਾਂ ਇਸ ਮੁੱਦੇ ਤੇ ਸਾਰੇ ਨਾਲ ਹੀ ਨੇ। ਉਧਰ ਮੈਂ ਮੇਰੇ ਪਿੰਡ ਵੱਲ ਮੇਰੇ ਛੋਟੇ ਭਾਈ ਸਾਹਿਬ ਉਹ ਉਗਰਾਹਾਂ ਗਰੁੱਪ ਨਾਲ ਜੁੜੇ ਹੋਏ ਨੇ ਬਹੁਤ ਸਾਲਾਂ ਤੋਂ, ਇਸ ਕਰਕੇ ਉਧਰੋਂ ਵੀ ਪੋਜ਼ਿਟਿਵ ਸੁਨੇਹਾ। ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਚੱਲ ਰਹੀਆਂ ਨੇ ਇਸ ਮੁੱਦੇ ਤੇ ਕਿਸਾਨਾਂ ਦੇ। ਬਾਕੀ ਉਹ ਕੋਈ ਜਦੋਂ ਸਿਆਸੀ ਮਾਹੌਲ ਗਰਮ ਹੋਊ 2 ਸਾਲ ਨੂੰ ਉਹ ਗੱਲ ਅਲੱਗ ਹੈ, ਲੇਕਿਨ ਹੁਣ ਇਹ ਮੁੱਦਾ ਹੀ ਹੋਰ ਹੈ ਇੱਥੇ। ਇਸ ਕਰਕੇ ਸਾਰੇ ਮਿਲੇ ਆ। ਕੋਈ ਇੱਕ ਅੱਧਾ ਮੇਰੇ ਖਿਆਲ 'ਚ ਮੇਰੇ ਵੀ ਕੰਨਾਂ 'ਚ ਗੱਲ ਪਈ ਸੀ, ਨਹੀਂ ਉਹ ਤਾਂ BJP ਦੇ ਫਲਾਣੇ ਦੇ ਉਹ ਸਾਰੇ, ਉਹਨਾਂ ਨਾਲ ਕੋਈ ਮੇਲ ਮੁਲਾਕਾਤ, ਕੋਈ ਮਤਲਬ ਨਹੀਂ। ਸਿਆਸਤ ਦਾ ਇਹਦੇ 'ਚ ਕੋਈ ਮਤਲਬ ਨਹੀਂ ਇਹਦੇ 'ਚ। ਇਹ ਸਿੱਧਾ ਜਿਹੜਾ ਕਿਸਾਨਾਂ ਦੀ ਪ੍ਰੋਬਲਮ ਹੈ ਉਹ ਜਿੰਨੀ ਦੇਰ ਸਰਕਾਰ ਹੱਲ ਨਹੀਂ ਕਰਦੀ। ਮੇਰੀ ਪਿੰਡ ਵੀ ਮੇਰੀ ਗੱਲ ਹੋਈ ਸੀ ਅੱਜ ਭਰਾ ਨਾਲ, ਉਹ ਕਹਿੰਦੇ ਜੀ ਅਸੀਂ ਘੱਟੋ ਘੱਟ 3 ਮਹੀਨਿਆਂ ਦਾ ਪ੍ਰੋਗਰਾਮ ਤਾਂ ਬਣਾ ਕੇ ਚੱਲੇ ਹਾਂ ਵੀ ਗੌਰਮੈਂਟ ਛੇਤੀ ਨਹੀਂ ਝੁਕਣ ਵਾਲੀ। ਪਤਾ ਹੈ ਵੀ ਅੜੀਅਲ ਨੇ
ਮੋਦੀ ਸਾਹਿਬ, ਕੋਈ ਗੱਲ ਨਹੀਂ, ਜਦੋਂ ਉਹਨਾਂ ਦੀ ਆਕੜ ਟੁੱਟ ਗਈ ਫਿਰ ਉਦੋਂ ਉੱਠ ਖੜਾਂਗੇ, ਉਨੀ ਦੇਰ ਬੈਠਾਂਗੇ। ਜੀ ਸੋਈ ਸਾਹਿਬ, ਇੱਕ ਹੋਰ ਗੱਲ ਹੈ, ਕਿਉਂਕਿ ਜਿਵੇਂ ਤੁਸੀਂ ਇੱਥੇ ਡਟੇ ਹੋਏ ਹੋ, ਸੜਕਾਂ ਤੇ ਧਰਨੇ ਲਗਾ ਰਹੇ ਹੋ ਲਗਾਤਾਰ, ਉਸੇ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਨੌਜਵਾਨ ਕਲਾਕਾਰ ਹੈ ਉਹ ਵੀ ਸੜਕਾਂ ਤੇ ਉਤਰੇ ਨੇ, ਔਰ ਬਹੁਤ ਸਾਰੇ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨਾਲ ਜੁੜੀ ਵੀ ਹੈ। ਪਰ ਇੱਕ ਹੋਰ ਗੱਲ ਅਸੀਂ ਦੇਖ ਰਹੇ ਹਾਂ ਕਿ ਉਹ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਸਾਡੀਆਂ ਗੱਲਾਂ ਨਹੀਂ ਸੁਣ ਰਹੀਆਂ, ਜਾਂ ਸਾਡੇ ਜਿਹੜੇ ਸੁਝਾਅ ਹੈ ਉਹ ਨਹੀਂ ਲੈ ਰਹੀਆਂ। ਤੁਸੀਂ ਇਸ ਤੇ ਕੀ ਕਹੋਗੇ? ਕਿਸਾਨ ਜਥੇਬੰਦੀ ਗੱਲ ਸਾਰੀ ਸੁਣ ਰਹੀ ਹੈ। ਸਾਡੇ ਜਿਹੜੇ ਨੇਤਾ ਨੇ ਜਿਹੜੇ, ਉਹ ਬਹੁਤ ਸੁਲਝੇ ਹੋਏ ਬੰਦੇ ਨੇ। ਮੈਂ ਕੱਲ ਹੀ ਇੱਕ ਵਕੀਲ ਸਾਹਿਬ ਗੱਲ ਕਰ ਰਹੇ ਸੀਗੇ, ਭੁੱਲਰ ਸਾਹਿਬ, ਮੈਨੂੰ ਯਾਦ ਰਹਿ ਗਿਆ, ਉਹ ਗੱਲ ਕਰ ਰਹੇ ਸੀ, ਕਹਿੰਦੇ ਵੀ ਜੋਗਿੰਦਰ ਸਿੰਘ ਉਗਰਾਹਾਂ ਵਰਗਾ ਸੁਲਝਿਆ ਹੋਇਆ ਨੇਤਾ ਕਿਸਾਨ ਜਥੇਬੰਦੀ ਨੂੰ ਮਿਲਿਆ ਹੋਇਆ, ਇੰਨਾ ਪੋਲਾਈਟ, ਇੰਨਾ ਸਮਝਦਾਰ ਬੰਦਾ ਸਾਲਾਂ ਤੋਂ ਇਹ ਲੜਾਈ ਲੜ ਰਿਹਾ। ਤਾਂ ਉਹ ਜਿਹੜੀ ਅਸਲ ਮੁੱਦਿਆਂ ਦੀ ਗੱਲ ਕਰਨੀ ਹੈ, ਜਾਂ ਜਿਹੜੀ ਸੁਲਝੀ ਹੋਈ ਗੱਲ ਕਰਨੀ ਹੈ, ਬਾਕੀ ਤਾਂ ਵਿਚਾਰੇ ਅਸੀਂ ਹੁਣ ਆ ਗਏ, ਅਸੀਂ ਡਿਟੇਲ 'ਚ ਉਹਨਾਂ ਨਹੀਂ ਜਾਣਦੇ ਜਿੰਨਾ ਉਹ ਜਾਣਦੇ ਆ ਵੀ ਸਮੱਸਿਆਵਾਂ ਕੀ ਨੇ, ਇਹਦਾ ਹੱਲ ਕੀ ਹੈ। ਉਹਦੇ ਗੱਲ ਕਰਨ ਵਾਸਤੇ ਲੀਡਰ ਬੈਠੇ ਹੁੰਦੇ ਨੇ। ਅਸੀਂ ਲੀਡਰ ਨਹੀਂ ਹੈਗੇ, ਅਸੀਂ ਤਾਂ ਹੈਲਪਰ ਹਾਂ, ਅਸੀਂ ਨਾਅਰੇ ਮਾਰਨ ਵਾਲੇ ਹਾਂ। ਅਸੀਂ ਜੇ ਕਈ ਵੀ ਅਸੀਂ ਕੋਈ ਸੁਝਾਅ ਦੇਵਾਂਗੇ ਬਹੁਤ ਵੱਡੇ ਉਹ, ਹਾਲਾਂਕਿ ਮੈਂ ਜੱਟਾਂ ਦਾ ਪੁੱਤਾਂ, ਮੈਨੂੰ ਪਤਾ ਨਹੀਂ ਸਾਡੀਆਂ ਸਮੱਸਿਆਵਾਂ ਕੀ ਨੇ, ਪਰ ਜਿਹੜੀ ਕਿਉਂਕਿ ਇਹ ਸਿਆਸਤ ਨਾਲ ਲੜਾਈ ਹੈ, ਸਿੱਧੀ ਸੈਂਟਰ ਨਾਲ ਲੜਾਈ ਹੈ, ਉਹ ਸਾਡੀ ਗੱਲ ਨਹੀਂ ਮੰਨ ਰਹੇ। ਇੱਥੋਂ ਕੌਣ ਬਰਦਾਸ਼ਤ ਕਰੂਗਾ ਕਿ ਸਾਡੀ ਧਰਤੀ ਮਾਂ, ਸਾਡੀਆਂ ਬੁੱਢੀਆਂ ਔਰਤਾਂ ਕੁੱਬ ਪਏ ਨੇ, ਉਹ ਪੋਤਿਆਂ ਨੂੰ ਨਾਲ, ਛੋਟੇ ਬੱਚਿਆਂ ਨੂੰ ਨਾਲ ਹੀ ਫਿਰਦੀਆਂ ਨੇ। ਕਿਉਂ ਲਈ ਫਿਰਦੀਆਂ ਨੇ? ਹਾਂ, ਸਾਡੀ ਧਰਤੀ ਮਾਂ ਨੂੰ ਬਚਾਉਣ ਵਾਸਤੇ। ਇਹਦੇ ਤੇ ਆ ਕੇ ਦੂਜੇ ਗੁਜਰਾਤੀ ਬਹਿ ਜਾਣ, ਆਪਣੇ ਵੱਡੇ ਗੋਡਾਊਨ ਬਣਾ ਕੇ। ਉਹ ਹਜ਼ਮ ਹੀ ਨਹੀਂ ਆਉਂਦਾ, ਉਹ ਹੋ ਹੀ ਨਹੀਂ ਸਕਦਾ, ਬਣ ਹੀ ਨਹੀਂ ਦੇਣਾ। ਜੀ, ਕੀ ਪੰਜਾਬ ਦੇ ਕਿਸਾਨਾਂ ਨੂੰ ਇਹ ਵੀ ਡਰ ਹੈ, ਜਾਂ ਪੰਜਾਬ ਦੇ ਲੋਕਾਂ ਨੂੰ ਇਹ ਡਰ ਹੈ ਕਿ ਜੋ ਹਾਲ ਬਿਹਾਰ ਦੇ ਨਾਲ ਹੋਇਆ, ਕਿਤੇ ਉਹ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਨਾ ਬਣ ਜਾਵੇ ਆਉਣ ਵਾਲੇ ਸਾਲਾਂ ਦੇ ਵਿੱਚ? ਨਹੀਂ, ਉਹ ਹਾਲ ਦੀ ਮਤਲਬ ਹੀ ਨਹੀਂ। ਅੱਜ ਤੱਕ ਕੋਈ ਵਾਅਦਾ ਪੂਰਾ ਹੋਇਆ? ਰਿਟਰਨ ਕੁਝ ਨਹੀਂ ਕਰ ਰਹੇ, ਗੱਲਾਂ ਬਾਤੀ, ਵਾਅਦਾ ਕਹਿਤਾ ਮੋਦੀ ਸਾਹਿਬ ਨੇ ਕਹਿਤਾ। ਇਹ ਕੱਲ ਪਰਸੋਂ ਗੱਲ ਹੋ ਰਹੀ ਸੀ, ਆਪਣੇ ਜੌਹਲ ਸਾਹਿਬ ਕਿੱਡੇ ਵੱਡੇ PAU ਦੇ ਉਹ ਵੀ ਰਹੇ ਨੇ, ਉਹ ਜੌਹਲ ਸਾਹਿਬ ਨੇ ਵੀ ਕਿਤੇ ਐਂ ਕਹਿੰਦਾ, ਮੋਦੀ ਸਾਹਿਬ ਨੇ ਕਹਿਤਾ ਜੀ, ਕਹਿਤਾ ਨਾ, ਕਹੀ ਤਾਂ ਗੱਲ ਕੋਈ ਅੱਜ ਤੱਕ ਪੁੱਗੀ ਨਹੀਂ। ਜਿੰਨੀ ਦੇਰ ਉਹ 4 ਲਾਈਨਾਂ ਵਿੱਚ ਨਹੀਂ ਲਿਖਦੇ ਬਰੈਕਟਾਂ 'ਚ, ਬਈ ਇਹਦਾ ਮਤਲਬ ਆ ਹੈ ਕਿ ਬਈ ਅਸੀਂ ਜੋ ਮੁੱਦੇ ਬਣਾ ਰਹੇ ਹਾਂ, ਜੋ ਕਿਸਾਨਾਂ ਦਾ ਅਸੀਂ ਗੱਲਾਂ ਬਾਤੀ ਤਾਂ ਕਹਿ ਰਹੇ ਹਾਂ, ਆਹ ਫਾਇਦਾ ਹੋ ਕਿਸਾਨਾਂ ਨੂੰ, ਆਓ ਤੁਸੀਂ ਇਨ ਰਿਟਰਨ ਦਿਓ ਨਾ, ਨਹੀਂ ਦੇ ਰਹੇ, ਫਿਰ ਕੀ ਕਰਾਂਗੇ? ਜੋ ਇੱਥੇ ਆ ਕੇ ਬੈਠ ਕੇ ਸਾਡੀ ਫਸਲਾਂ ਦੇ ਭਾਅ ਬਰਾਬਰ ਨਹੀਂ ਦੇ ਰਹੇ। ਇੱਕ ਵਾਰੀ ਸਾਡੀ ਫਸਲ ਸਾਨੂੰ ਉਹ ਵੇਚਣ ਦਾ ਹੱਕ ਵੀ ਨਹੀਂ ਵੀ ਅਸੀਂ ਆਪਣੇ ਮੁੱਲਾਂ ਦੇ ਵੇਚ ਸਕੀਏ। ਸਾਡਾ ਮੰਡੀਕਰਨ ਕਿਉਂ ਤੋੜਤਾ? ਕਿਸਾਨ ਹੁਣ ਤੱਕ ਘਰੇ ਕੋਈ ਵਿਆਹ, ਘਰੇ ਕੋਈ ਜ਼ਰੂਰਤ ਪੈ ਗਈ, ਕੋਈ ਮੁੰਡੇ ਕੁੜੀ ਦੇ ਧੀ ਦਾ ਵਿਆਹ ਹੈ, ਉਹਨਾਂ ਨਾਲ ਜਿਵੇਂ ਮਾਪਿਆਂ ਦੇ ਰਿਸ਼ਤੇ ਹੁੰਦੇ ਨੇ, ਉਹ ਐਂ ਧੀਆਂ ਤੇ ਹੱਥ ਰੱਖਦੇ, ਸਿਰ ਤੇ ਹੱਥ ਰੱਖਣ ਵਾਸਤੇ ਆੜ੍ਹਤੀਆ ਹਲਵੇ ਤੇ ਤਿਆਰ ਹੁੰਦਾ ਸੀਗਾ। ਕਿਸੇ ਵੀ ਛੋਟੀ ਮੋਟੀ ਤਕਲੀਫ ਹੈ, ਕਈ ਵਾਰ ਜੱਟ ਦੇ ਹੁੰਦੇ 1000 ਰੁਪਏ ਘਰੇ ਨਹੀਂ ਹੁੰਦਾ, ਉਹਨਾਂ ਤੋਂ ਕਿੱਥੋਂ ਪੜਨਗੇ ਅੰਬਾਨੀਆਂ ਡਾਨੀਆਂ ਤੋਂ? ਇਸ ਕਰਕੇ ਇਹਦਾ ਸਖਤ ਵਿਰੋਧ ਕਰਾਂਗੇ। ਮੈਂ ਵੀ ਕਰਦਾ। ਮੈਂ ਪਿੰਡ ਜਾ ਕੇ ਆਇਆ, ਪਿੰਡ ਸਾਡੇ ਤਾਂ ਅੜੇ ਬੈਠੇ ਨੇ, ਸਿੰਘ ਫਸ ਗਏ ਸੈਂਟਰ ਨਾਲ। ਉਹ ਕਹਿੰਦੇ ਅਸੀਂ 6 ਮਹੀਨੇ ਬੈਠੇ ਹਾਂ, ਪਹਿਲਾਂ ਇੱਕ ਲੜਾਈ ਲੜੀ ਸੀ, ਹਾਂ 6 ਮਹੀਨੇ ਬੈਠੇ ਸੀ। ਹੁਣ ਵੀ ਅਸੀਂ ਤਿਆਰ ਬੈਠੇ ਹਾਂ, ਅੱਗੇ ਠੰਡ ਦਾ ਮੌਸਮ ਆ ਰਿਹਾ, ਬੈਠਾਂਗੇ ਰਜਾਈਆਂ ਗੱਲੇ ਲੈ ਕੇ। ਹਾਂ, ਮਤਲਬ ਇਹ ਸੰਘਰਸ਼ ਚਾਹੇ ਲੰਬਾ ਜਾਵੇ, ਰੁਕਣਾ ਕਿਸੇ ਨੇ ਨਹੀਂ ਹੈ। ਰੁਕਣਾ ਨਹੀਂ, ਰੁਕੇ ਤਾਂ ਫਿਰ ਤਾਂ ਹਾਰ ਗਏ, ਰੁਕਣਾ ਨਹੀਂ। ਮੈਂ ਬਚਪਨ ਤੋਂ ਹੀ ਸਾਡਾ ਤਾਂ ਇਲਾਕਾ ਹੈਗਾ ਕਾਮਰੇਡਾਂ ਦਾ, ਸਾਨੂੰ ਸਰਕਾਰ ਨਾਲ ਸਿੰਘ ਫਸਾਉਣ ਦੀ ਆਦਤ ਪਹਿਲਾਂ ਤੋਂ ਪਈ ਹੋਈ ਹੈ। ਇਸ ਕਰਕੇ ਉਹ ਕੋਈ ਇਹ ਜਦੋਂ ਸਾਂਝਾ ਕੰਮ ਹੈ, ਖੇਤੀ, ਰੋਟੀ, ਅਨਾਜ ਪੇਟ 'ਚ ਜਾਂਦਾ ਸਭ ਦੇ, ਚਾਹੇ ਕੋਈ ਸੋਨੇ ਦੀ ਰੋਟੀ ਨਹੀਂ ਖਾਂਦਾ, ਕੋਈ ਵੀ ਰੋਟੀ ਖਾਂਦਾ। ਰੋਟੀ ਦਿੰਦਾ ਕੌਣ ਹੈ? ਕਿਸਾਨ, ਅੰਨਦਾਤਾ ਨੂੰ ਤੁਸੀਂ ਰੋਲਣ ਦੀਆਂ ਤਿਆਰੀਆਂ ਕਰ ਰਹੇ ਹੋ, ਅਸੀਂ ਨਹੀਂ ਰੋਲਣ ਦੇਣਾ ਅੰਨਦਾਤਾ ਸਾਡਾ। ਜੀ ਬਿਲਕੁਲ। ਸੋ ਸਰਦਾਰ ਸੋਹੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਹੁਣ ਯੋਗਰਾਜ ਸਿੰਘ ਜੀ ਵੀ ਇੱਥੇ ਆਏ ਹੋਏ ਨੇ, ਔਰ ਇਹਨਾਂ ਦੀ ਅਗਵਾਈ ਦੇ ਵਿੱਚ, ਜਿੱਦਾਂ ਕਿ ਪਹਿਲੇ ਸੱਦਾ ਪੱਤਰ ਵੀ ਸੀਗਾ ਕਿ ਯੋਗਰਾਜ ਸਿੰਘ ਜੀ ਇੱਥੇ ਜੁੜਨਗੇ। ਯੋਗਰਾਜ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੀਏ ਹੁਕਮ ਕਰ।
ਜੀ ਅੱਜ ਤੁਸੀਂ ਮਰਿੰਡਾ ਵਿਖੇ ਆਏ ਹੋ, ਨਜ਼ਿਫਤਾ ਵੱਲੋਂ ਤੁਸੀਂ ਇਕੱਠੇ ਸਾਰੇ ਮੈਂਬਰਸ ਨਜ਼ਿਫਤਾ ਦੇ ਇੱਥੇ ਹੋਏ ਹੋ, ਇੱਕ ਕਿਸਾਨ ਵਜੋਂ ਆਏ ਹੋ ਜਾਂ ਇੱਕ ਕਲਾਕਾਰ ਵਜੋਂ ਆਏ ਹੋ? ਮੇਰੀ ਮਾਂ ਨੇ ਮੈਨੂੰ ਗੋਦ 'ਚ ਪਾ ਕੇ 100 ਕਿੱਲਾ ਵਾਹਿਆ, ਤੇਰੇ ਨਹੀਂ ਵਾਹਿਆ ਹੋਣਾ ਕਿਸੇ ਨੇ, ਤੇ ਨਾ ਲੋਕਾਂ ਦੇ ਵਾਹਿਆ ਹੋਣਾ ਹੈ। ਇੱਕ ਕਿੱਲਾ ਬੀਜਣਾ ਹੋਵੇ ਨਾ ਤੇ ਫਸਲ ਤਿਆਰ ਕਰਨੀ ਹੋਵੇ ਜਿਹਦੀ ਰੋਟੀ ਤੁਸੀਂ ਵੀ ਖਾਂਦੇ ਹੋ ਤੇ ਮੈਂ ਵੀ ਖਾਂਦਾ, ਫਿਰ ਮੈਂ ਤੁਹਾਨੂੰ ਪੁੱਛਾਂ ਵੀ ਜਿਹੜਾ ਕਿਸਾਨ ਦਾ ਦਰਦ ਕੀ ਹੁੰਦਾ ਹੈ। ਜਿਨ੍ਹਾਂ ਨੇ ਰੋਟੀ ਉਗਾ ਕੇ ਫਸਲਾਂ ਉਗਾ ਕੇ ਲੋਕਾਂ ਦੇ ਢਿੱਡ ਭਰੇ ਆ, ਤੁਸੀਂ ਉਹਨਾਂ ਦੇ ਗਲਾਂ 'ਚ ਹੱਥ ਪਾਓਗੇ ਫਿਰ ਆਹੀ ਕੁਝ ਹੋਊਗਾ ਜੋ ਕੁਝ ਹੋ ਰਿਹਾ। ਕਹਿਣ ਨੂੰ ਬਹੁਤ ਕੁਝ ਹੈ ਮੇਰੇ ਕੋਲ, ਉੱਥੇ ਸੁਣੀ ਸਪੀਚ, ਫਿਰ ਤੁਹਾਨੂੰ ਪਤਾ ਲੱਗੂ ਮੈਂ ਕੀ ਕਹਿਣਾ, ਕਿਉਂਕਿ ਇਫਤਾਰ 'ਚ ਬੜੀ ਵੱਡੀ ਗੱਲ ਬਣ ਜਾਣੀ ਹੈ। ਔਰ ਜੋ ਅੱਜ ਹੋਇਆ ਇਹ ਹੁਣ ਤਾਂ ਨਹੀਂ ਹੋ ਰਿਹਾ, ਇਹ ਪਿਛਲੇ 75 ਸਾਲ ਤੋਂ 200 ਸਾਲਾਂ ਤੋਂ ਜਦ ਦਾ ਹਿੰਦੁਸਤਾਨ ਗੁਲਾਮ ਰਿਹਾ ਮੁਗਲਾਂ ਕੋਲ ਅੰਗਰੇਜ਼ਾਂ ਕੋਲ, ਉਦੋਂ ਦਾ ਹੁੰਦਾ ਆ ਰਿਹਾ। ਯੁਵਰਾਜ ਸਰ, ਅੱਜ ਮੀਟਿੰਗ ਹੋਣ ਵਾਲੀ ਹੈ ਕਿਸਾਨ ਜਥੇਬੰਦੀਆਂ ਦੀ, ਕਿਉਂਕਿ ਕੱਲ 14 ਜਿਹੜੀ ਅਕਤੂਬਰ ਦੇ ਲਈ ਸੱਦਾ ਹੈ ਕੇਂਦਰ ਵੱਲੋਂ ਕਿ ਆ ਕੇ ਜਿਹੜੀ ਕਿਸਾਨ ਜਥੇਬੰਦੀਆਂ ਉੱਥੇ ਗੱਲ ਕਰਨ। ਇੱਕ ਕਿਸਾਨ ਜਥੇਬੰਦੀ ਨੇ ਬਿਲਕੁਲ ਹਾਮੀ ਭਰਤੀ ਕਿ ਉਹ ਜਾਣਗੇ, ਔਰ ਜੀ ਇੱਕ ਕਿਸਾਨ ਜਥੇਬੰਦੀ ਨੇ ਬਿਲਕੁਲ ਹਾਮੀ ਭਰਤੀ ਹੈ ਕਿ ਉਹ ਜਾਣਗੇ। ਤੁਹਾਨੂੰ ਕੀ ਲੱਗਦਾ ਹੈ ਬਾਕੀ ਕਿਸਾਨ ਜਥੇਬੰਦੀਆਂ ਵੀ ਜਾਣਗੇ? ਕਿਉਂਕਿ ਪਹਿਲੇ ਜਦੋਂ ਸੱਦਾ ਆਇਆ ਸੀ ਉਸ ਵੇਲੇ ਜਿਹੜਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਦੀ ਕੋਈ ਗੱਲ ਨਹੀਂ ਕਰਨੀ ਸੀਗੀ। ਤੁਹਾਨੂੰ ਕੀ ਲੱਗਦਾ ਹੈ ਹੁਣ ਕੇਂਦਰ ਹੱਕ ਦੀ ਗੱਲ ਕਰੂਗੀ? ਆਪਣੀ ਆਪਣੀ ਸੋਚ ਹੈ। ਮੈਂ ਸਿਰਫ ਇੱਕੋ ਕੰਮ ਕਰਦਾ ਫਿਰਦਾ ਪੰਜਾਬ ਦੇ ਵਿੱਚ, ਮੈਂ ਇਸ ਕੌਮ ਨੂੰ ਜਾਗਰੂਕ ਕਰਨਾ ਚਾਹੁੰਦਾ, ਹਿਸਟਰੀ ਤੋਂ ਵਾਕਿਫ ਕਰਾਉਣਾ ਚਾਹੁੰਦਾ ਕਿ ਤੁਸੀਂ ਕੀ ਸੀ, ਤੁਹਾਡਾ ਪੰਜਾਬ ਕਿੱਡਾ ਵੱਡਾ ਸੀ, ਤੁਹਾਡੇ ਪੰਜਾਬ ਦੀ ਅੱਜ ਕੀ ਹਾਲਾਤ ਹੈ। ਇਹ ਕੋਈ ਗੱਲ ਅੱਜ ਨਹੀਂ ਹੋਈ, ਜਿਹਨੇ ਗੱਲ ਕਰਨੀ ਹੈ ਕਰੇ ਜਾ ਕੇ, ਮਸਲਾ ਹੱਲ ਹੋਣਾ ਚਾਹੀਦਾ ਕ੍ਰੋਸ ਦਾ ਟੇਬਲ। ਮੈਂ ਵੀ ਇਸ ਗੱਲ ਨੂੰ ਮੰਨਦਾ, ਲੇਕਿਨ ਮੈਨੂੰ ਪਤਾ ਨਾ ਇਹ ਬਿੱਲ ਪਾਸ ਹੋਣਾ ਤੇ ਨਾ ਕੋਈ ਹੱਲ ਨਿਕਲਣਾ, ਕਿਉਂਕਿ ਜ਼ਿੰਦਗੀ ਦੇ ਵਿੱਚ ਜਦ ਤੁਸੀਂ ਡਿਕਟੇਟਰਸ਼ਿਪ ਤੇ ਆ ਜਾਓ, ਜਦ ਤੁਸੀਂ ਆਪਣੇ ਹੱਥ 'ਚ ਲੱਠ ਫੜ ਲਓ ਵੀ ਹੁਣ ਮੈਂ ਰਹਿਣ ਕੋਈ ਨਹੀਂ ਦੇਣਾ, ਫਿਰ ਜ਼ਿੰਦਗੀ ਦੇ ਵਿੱਚ ਗੱਲਬਾਤ ਨਹੀਂ ਹੁੰਦੀ। ਲੇਕਿਨ ਜੇ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਅੱਜ ਜਿਹੜਾ ਮਸਲਾ ਹੈ ਇਹ ਮਸਲਾ ਇਕੱਲੇ ਕਿਸਾਨ ਦਾ ਨਹੀਂ ਹੈ। ਤੁਹਾਨੂੰ ਇਸ ਗੱਲ ਦਾ ਪਤਾ ਵੀ 16 ਲੱਖ ਕਰੋੜ ਪਾਣੀ ਦਾ ਬਿੱਲ ਲੈਣਾ ਰਾਜਸਥਾਨ ਤੇ ਦਿੱਲੀ ਤੋਂ, ਪਤਾ ਤੁਹਾਨੂੰ ਕਿਸੇ ਨੂੰ? ਦੱਸੋ, ਤੁਸੀਂ ਚੈਨਲ ਵਾਲੇ, ਤੁਹਾਨੂੰ ਪਤਾ ਇਸ ਗੱਲ ਦਾ? 1966 ਤੱਕ ਬਿੱਲ ਦੀ ਪੇਮੈਂਟ ਹੁੰਦੀ ਰਹੀ ਪੰਜਾਬ ਨੂੰ, ਰਾਜਸਥਾਨ ਦਿੰਦਾ ਰਿਹਾ, ਦਿੱਲੀ ਦਿੰਦੀ ਰਹੀ। ਉਹ ਜਿਹੜਾ ਬਿੱਲ ਹੈ, ਜਿਹੜੇ ਕਹਿੰਦੇ ਖਜ਼ਾਨੇ ਖਾਲੀ ਪਏ ਨੇ, ਉਹ ਲਓ 3 ਸਾਲ ਤੋਂ ਸਿਮਰਜੀਤ ਸਿੰਘ ਬੈਂਸ ਨੇ ਕੇਸ ਪਾ ਰੱਖਿਆ, ਉਹਨੂੰ ਵਿਧਾਨ ਸਭਾ 'ਚੋਂ ਚੱਕ ਕੇ ਤੁਸੀਂ ਬਾਹਰ ਸਿੱਟਤਾ। ਮੈਨੂੰ ਦੱਸੋ ਕਿੱਥੇ ਦੀ ਤੁਹਾਡੀ ਆਪਣੀ ਗੱਲ ਹੈ? ਰੌਲਾ ਬਗਾਨਿਆਂ ਦਾ ਨਹੀਂ, ਰੌਲਾ ਆਪਦਿਆਂ ਦਾ ਹੈ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਐਮਪੀਆਂ ਦਾ, ਪੰਜਾਬਾਂ ਦੀ ਸਰਕਾਰ ਦਾ। ਜਿਹੜਾ ਰਹਿਨੁਮਾ ਕਿਵੇਂ ਰਾਤ ਨੂੰ ਸੌ ਸਕਦਾ ਜਿਹਨੂੰ ਇਹ ਪਤਾ ਮੇਰੀਆਂ ਧੀਆਂ ਭੈਣਾਂ ਭੁੱਖੀਆਂ ਨੇ, ਇਹਨਾਂ ਦੇ ਤਨ ਤੇ ਕੱਪੜਾ ਨਹੀਂ, ਜੁੱਤੀ ਨਹੀਂ, ਉਹ ਰਾਤ ਨੂੰ ਸੌ ਸਕਦਾ? ਉਹ ਰਹਿਨੁਮਾ ਕੀ ਹੁੰਦਾ? ਪਿਓ ਹੁੰਦਾ। ਕਦੇ ਕੋਈ ਐਸਾ ਬਾਪ ਵੀ ਦੇਖਿਆ ਜਿਹਦੇ ਬੱਚੇ ਭੁੱਖੇ ਸੌਂਦੇ ਹੋਣ, ਮਰਦੇ ਹੋਣ ਤੇ ਆਪ ਏਅਰ ਕੰਡੀਸ਼ਨਾਂ 'ਚ ਪਵੇ? ਜਦ ਤੱਕ ਇਹ ਮੁੱਦਾ ਹੱਲ ਨਹੀਂ ਹੁੰਦਾ, ਅਸੀਂ ਆਪ ਦੇ ਲੋਕ ਪੰਜਾਬ ਦੇ ਵਿੱਚ ਜਿਹੜੇ ਰਹਿਨੁਮਾ ਨੇ ਕਹਿੰਦੇ ਨੇ, ਉਹਨਾਂ ਨੂੰ ਹਿਸਟਰੀ ਦਾ ਨਹੀਂ ਪਤਾ। ਉਹ ਕਹਿੰਦੇ ਹਿਸਟਰੀ ਦੀ ਗੱਲ ਹੀ ਨਾ ਕਰੋ। ਹੁਣ ਮੈਂ ਪੁੱਛਾਂ ਕਿਹਨੂੰ ਹਿਸਟਰੀ ਦਾ ਪਤਾ ਹੈ? 2000 ਸਾਲ ਹਿੰਦੁਸਤਾਨ ਗੁਲਾਮ ਰਿਹਾ, ਮੈਨੂੰ ਦੱਸੋ। ਇਹ ਗੱਲਾਂ ਮੈਂ ਲੋਕਾਂ ਨੂੰ ਜਾਗਰਤ ਕਰਾਉਣਾ, ਮੇਰਾ ਸਿਰਫ ਇੰਨਾ ਹੀ ਕੰਮ ਹੈ। ਸੋਚ ਤੋਂ ਬਗੈਰ ਮੁਗਲ ਸਰਕਾਰ ਨਹੀਂ ਸੀ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਸੀ ਤਾਂ ਮੁਗਲ ਸਰਕਾਰ ਦੀਆਂ ਨੀਹਾਂ ਪੱਟੀਆਂ ਗਈਆਂ। ਸੋਚ ਵੱਡੀ ਹੋਣੀ ਚਾਹੀਦੀ ਹੈ। ਔਰ ਸੋਚ ਅੱਜ ਦੀ ਕੀ ਕਹਿੰਦੀ ਹੈ ਕਿ ਤੁਸੀਂ ਉਸ ਮਾਂ ਨੂੰ ਮਾਰਨਾ ਚਾਹੁੰਦੇ ਹੋ, ਉਸ ਜ਼ਿਮੀਂਦਾਰ ਨੂੰ ਮਾਰਨਾ ਚਾਹੁੰਦੇ ਹੋ ਜਿਹਨੂੰ ਤੁਹਾਡੇ ਢਿੱਡ 'ਚ ਰੋਟੀ ਪਾਉਂਦਾ। ਔਰ ਜਿਹੜਾ ਆਪਣੀ ਮਾਂ ਨੂੰ ਮਾਰਨ ਤੇ ਅੱਜ ਨਾ, ਰੱਬ ਉਹਦੇ ਨਾਲ ਹਮੇਸ਼ਾ ਨਾਰਾਜ਼ ਹੋ ਜਾਂਦਾ। ਸਿਆਸੀ ਪਾਰਟੀਆਂ ਹੁਣ ਬਹੁਤ ਅੱਗੇ ਆ ਰਹੀ ਹੈ ਪੰਜਾਬ ਦੇ ਵਿੱਚ। ਹੁਣ ਜਿਹੜਾ ਹੈ ਅਕਾਲੀ ਦਲ ਵੱਲੋਂ ਅਲਟੀਮੇਟਮ ਦੇ ਦਿੱਤਾ ਗਿਆ 1 ਹਫ਼ਤੇ ਦਾ ਕਿ ਇਹ ਜਿਹੜਾ ਕਾਨੂੰਨ ਹੈ ਬਦਲਣ। ਤੁਹਾਨੂੰ ਲੱਗਦਾ ਹੈ ਕਿ ਇਸ ਦਾ ਵੀ ਕੋਈ ਫਾਇਦਾ ਹੋਣ ਵਾਲਾ, ਤੇ ਕਿ ਹੁਣ ਜਾਗਣ ਦਾ ਕੀ ਫਾਇਦਾ ਹੈ? ਪੰਜਾਬ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਨੇ ਨਹੀਂ ਮਾਰਿਆ, ਪੰਜਾਬ ਨੂੰ ਆਪਣੇ ਹੀ ਲੋਕਾਂ ਨੇ ਮਾਰਿਆ, ਆਪਣੇ ਹੀ ਪੁੱਤਰਾਂ ਨੇ, ਆਪਣੇ ਹੀ ਪਿਓਾਂ ਨੇ ਤੇ ਮਾਵਾਂ ਨੇ ਮਾਰਿਆ। ਪੰਜਾਬ ਦੇ ਟੁਕੜੇ ਕੀਤੇ ਤਾਂ ਵੀ ਅਸੀਂ ਆਪ ਕੀਤੇ। ਧਿਆਨ ਚੰਦ ਡੋਗਰੇ ਵਰਗੇ ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੀਗੇ, ਜਿਹਨੂੰ ਹਰੀ ਸਿੰਘ ਨਲੂਆ ਕਹਿੰਦਾ ਸੀ, ਤਿੱਬਤ ਤੋਂ ਸੁਨੇਹਾ ਆਇਆ ਸੀਗਾ, ਠੀਕ ਹੈ ਜੀ, ਜਨਰਲ ਜ਼ੋਰਾਵਰ ਸਿੰਘ ਦਾ, ਕਿ ਇਹਨੂੰ ਕੱਢਦੇ ਨਹੀਂ ਤੇਰਾ ਰਾਜ ਖਤਮ ਕਰ ਦੇਣਗੇ। ਉਹੀ ਗੱਲ ਹੋਈ। ਦੀਵਾਨ ਸੁੱਚਾ ਆਨੰਦ ਸੀ ਤਾਂ ਬੱਚੇ ਚੁਣੇ ਗਏ ਤਾਂ ਗੁਰੂ ਸਾਹਿਬ ਦਾ ਪਰਿਵਾਰ ਹੋਇਆ, ਠੀਕ ਹੈ ਜੀ। ਗੰਗੂ ਬ੍ਰਾਹਮਣ ਸੀ ਤਾਂ ਇਸ ਤਰ੍ਹਾਂ ਹੋਇਆ। ਅੱਜ ਬਹੁਤ ਨੇ, ਕੋਈ ਨਹੀਂ ਕਿ ਲੜਾਈ ਹੈ, ਕੱਲ ਨੂੰ ਇਹ ਸਿਰ ਦੇ ਕੇ ਮੁੱਕਣੀ ਹੈ ਬੀਬਾ ਜੀ, ਇਸ ਤੋਂ ਘੱਟ ਗੱਲ ਨਹੀਂ ਜੀ ਹੋਣੀ। ਜੀ ਆਖਰੀ ਸਵਾਲ ਮੇਰਾ ਇਹ ਹੈ, ਜਦੋਂ ਨੌਜਵਾਨ ਕਲਾਕਾਰ ਸੜਕਾਂ ਤੇ ਆਏ ਔਰ ਅਜੇ ਵੀ ਜਿਹੜੇ ਹੈ ਕੁਝ ਡਟੇ ਹੋਏ ਨੇ, ਤੁਸੀਂ ਕਿਹਾ ਕਿ ਕੁਝ ਆਪਣੀ ਫੇਮ ਦੇ ਲਈ ਆ ਰਹੇ, ਲਾਈਮਲਾਈਟ ਦੇ ਲਈ ਆ ਰਹੇ, ਕੁਝ ਦਿਨ ਆਣਗੇ ਫਿਰ ਮੁੜ ਕੇ ਬਹਿ ਜਾਣਗੇ। ਮੈਂ ਤਾਂ ਇੱਕੋ ਗੱਲ ਜਾਣਦਾ ਵੀ ਸਾਹਮਣੇ ਲੱਗੀਆਂ ਤੋਪਾਂ, ਸਾਹਮਣੇ ਗੋਲੀਆਂ ਜਿੱਦਣ ਲੱਗ ਗਈਆਂ, ਜਿੱਦਣ ਚੱਲੀਆਂ, ਉਦੋਂ ਮੈਂ ਦੇਖੂਗਾ ਕੀ ਹੁੰਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਅਸੀਂ ਵਿਨੋਦ ਸ਼ਰਮੇ ਦੀ ਇਲੈਕਸ਼ਨ ਲੜਾਈਆਂ 87 'ਚ, ਅਤਿੰਦਰਪਾਲ ਜਿੱਤ ਗਿਆ, ਮੈਂ ਇੰਚਾਰਜ ਸੀ ਸਿਕਿਉਰਿਟੀ ਦਾ, ਤੇ ਸਾਨੂੰ ਜੀ ਇਕੱਠੇ ਹੋ ਗਏ ਲੋਕ 20-25 ਹਜ਼ਾਰ ਸਵੇਰ ਨੂੰ ਮਾਰ ਦਿਆਂਗੇ, ਚੱਕ ਦਿਆਂਗੇ। ਉੱਤੇ LMG ਲਾ ਕੇ ਜਦ ਬਰਸਟ ਮਾਰਿਆ ਨਾ ਤੇ ਉੱਥੇ ਚੱਪਲਾਂ ਹੀ ਰਹਿ ਗਈਆਂ। ਸੋ ਗੱਲ ਜਿੱਦਣ ਸ਼ਹੀਦੀ ਦੀ ਆ ਗਈਆਂ, ਸਿਰ ਦੇਣ ਦੀ ਆ ਗਈ, ਖੂਨ ਦੀ ਵਾਰੀ ਆ ਗਈ, ਉਦੋਂ ਮੈਂ ਪੁੱਛੂਗਾ ਕੌਣ ਖੜਦਾ। ਲੇਕਿਨ ਮੈਨੂੰ ਬੜੀ ਖੁਸ਼ੀ ਹੈ ਸਾਰੇ ਕਲਾਕਾਰ, ਸਾਰਾ ਪੰਜਾਬ ਅੱਜ ਇੱਕ ਜਗ੍ਹਾ
ਇੱਕ ਮੁੱਦੇ ਪਿੱਛੇ ਲੜ ਰਿਹਾ, ਔਰ ਇਦਾਂ ਹੋਣਾ ਵੀ ਚਾਹੀਦਾ ਹੈ। ਜੇ ਅੱਜ ਨਾ ਇਕੱਠੇ ਹੋਏ ਤਾਂ ਫਿਰ ਜ਼ਿੰਦਗੀ 'ਚ ਕੱਲ ਕਦੇ ਨਹੀਂ ਜਿਉਣੀ ਪੰਜਾਬ ਵਾਸਤੇ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਯੋਗਰਾਜ ਸਿੰਘ ਜੀ ਇੱਥੇ ਪਹੁੰਚ ਚੁੱਕੇ ਨੇ, ਉਸੇ ਤਰ੍ਹਾਂ ਅਮਰਿੰਦਰ ਬਣੀ ਹੁਣੀ ਜੀ ਵੀ ਇੱਥੇ ਹੈ। ਬਣੀ ਸੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ ਅਸੀਂ। ਸੋ ਅੱਜ ਮੋਰਿੰਡਾ ਵਿਖੇ ਇਹ ਵੀ ਆਏ ਨੇ, ਬਹੁਤ ਸਾਰੇ ਕਲਾਕਾਰ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ। ਬਨਿੰਦਰ ਜੀ, ਤੁਸੀਂ ਵੀ ਅੱਜ ਮੋਰਿੰਡਾ ਵਿਖੇ ਆਏ ਹੋ, ਨਜਿਫਤਾ ਦੇ ਸਾਰੇ ਜਿਹੜੇ ਮੈਂਬਰਸ ਇੱਥੇ ਪਹੁੰਚੇ ਹੋਏ ਨੇ, ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ? ਔਰ ਕਿੰਨੀ ਕੁ ਜੋਸ਼ ਗਰਮੀ ਇੱਥੇ ਦੇਖ ਰਹੇ ਹੋ? ਜਿਹੜੇ ਬਾਹਰ ਕਿਸਾਨ ਜਥੇਬੰਦੀਆਂ ਬੈਠੀਆਂ ਹੋਈਆਂ, ਉਹਨਾਂ ਨਾਲ ਬੀਬੀਆਂ ਵੀ ਬੈਠੀਆਂ ਹੋਈਆਂ, ਬੱਚੇ ਵੀ ਬੈਠੇ ਹੋਏ ਨੇ। ਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਕਿ ਕਦੇ ਸਮਾਂ ਹੁੰਦਾ ਸੀ ਕਿ ਆਪਣਾ ਅੰਨਦਾਤਾ ਕਿਸਾਨ ਬਾਗੀਆਂ ਪਾਉਂਦਾ ਸੀ, ਮੇਲੇ ਜਾਂਦਾ ਹੁੰਦਾ ਸੀ, ਆਪਣੀ ਫਸਲ ਵੇਚ ਕੇ ਖੁਸ਼ ਹੁੰਦਾ ਸੀ, ਮੌਜਾਂ ਲੁੱਟਦਾ ਸੀ ਆਪਣੀ ਫਸਲ ਸਾਂਭਣ ਤੋਂ ਬਾਅਦ। ਪਰ ਅੱਜ ਦਾ ਕਿਸਾਨ ਕੀ ਕਰ ਰਿਹਾ? ਅੱਜ ਦਾ ਕਿਸਾਨ ਸੜਕਾਂ ਤੇ ਬੈਠਾ ਹੈ, ਆਪਣੇ ਹੱਕਾਂ ਲਈ ਲੜ ਰਿਹਾ। ਤੇ ਇਸ ਸੰਘਰਸ਼ ਦੇ ਵਿੱਚ ਅਸੀਂ ਸਾਰੇ ਕਲਾਕਾਰ, ਸਾਰਾ ਕਲਾਕਾਰ ਭਾਈਚਾਰਾ ਸਾਡਾ ਜਥੇ ਇਕੱਠਾ ਹੋਇਆ ਤੇ ਅਸੀਂ ਉਹਨਾਂ ਦੇ ਨਾਲ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਜਿਹੜੇ ਕਲਾਕਾਰ ਇੱਥੇ ਪਹੁੰਚ ਰਹੇ ਨੇ, ਹੋਰ ਵੀ ਜਿਹੜੇ ਇੱਥੇ ਕਲਾਕਾਰ ਪਹੁੰਚਣਗੇ, ਅਸੀਂ ਸਮੇਂ ਤੋਂ ਸਮੇਂ ਤੁਹਾਡੀ ਗੱਲਬਾਤ ਉਹਨਾਂ ਨਾਲ ਕਰਵਾਉਂਦੇ ਰਵਾਂਗੇ। ਸੋ ਨਜ਼ਿਫਤਾ ਵੱਲੋਂ ਅੱਜ ਮੋਰਿੰਡਾ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਧਰਨਾ ਲਗਾਇਆ ਜਾ ਰਿਹਾ ਰੇਲ ਪਟੜੀ ਤੇ। ਮੇਰੇ ਨਾਲ ਇੱਥੇ ਗੁਰਪ੍ਰੀਤ ਭੰਗੂ ਜੀ ਨੇ। ਮੈਡਮ, ਤੁਸੀਂ ਅੱਜ ਇੱਥੇ ਆਏ ਹੋ, ਤੁਸੀਂ ਲਗਾਤਾਰ ਜੁੜੇ ਹੋਏ ਹੋ ਧਰਨਿਆਂ ਦੇ ਵਿੱਚ, ਔਰ ਬਿਲਕੁਲ ਤੁਸੀਂ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਹੋ ਜਿਹੜਾ ਇਹ ਕਾਨੂੰਨ ਬਣ ਚੁੱਕਿਆ, ਖੇਤੀ ਕਾਨੂੰਨ। ਅੱਜ ਇੱਥੇ ਮੋਰਿੰਡਾ ਵਿਖੇ ਆਏ ਹੋ, ਅੱਜ ਕਿਹੜੀਆਂ ਕਲੀਆਂ ਗੱਲਾਂ ਤੁਸੀਂ ਕਰਨ ਜਾ ਰਹੇ ਹੋ? ਇੱਕ ਹੋਰ ਗੱਲ ਹੈ ਕਿ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ ਕਿ 14 ਅਕਤੂਬਰ ਨੂੰ ਕੇਂਦਰ ਵੱਲੋਂ ਜਿਹੜਾ ਸੱਦਾ ਹੈ, ਉੱਥੇ ਉਹ ਜਾਣ ਕਿ ਨਾ ਜਾਣ, ਕੀ ਕਹਿਣਾ ਚਾਹੋਗੇ? ਨਾ, ਮੈਨੂੰ ਇਹ ਤਾਂ ਲੱਗਦਾ ਕਿ ਅੱਜ ਇਕੱਲਾ ਇਹੀ ਨਹੀਂ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਗੱਲ ਕਰ ਰਹੇ ਹਾਂ, ਅਸੀਂ ਹਰ ਉਸ ਦੱਬੇ ਕੁਚਲੇ ਇਨਸਾਨ ਦੇ ਹੱਕ 'ਚ ਗੱਲ ਕਰ ਰਹੇ ਹਾਂ, ਭਾਵੇਂ ਉਹ ਮਜ਼ਦੂਰ ਹੋਵੇ, ਭਾਵੇਂ ਉਹ ਕਿਸਾਨ ਹੋਵੇ, ਭਾਵੇਂ ਉਹ ਵਪਾਰੀ ਹੋਵੇ, ਕੋਈ ਵੀ ਵਰਗ ਹੈ। ਕਿਉਂਕਿ ਕਿਸਾਨ ਹੈ ਜਿਹੜਾ, ਉਹ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੇ ਅੱਜ ਸਾਡੀ ਕਿਸਾਨੀ ਮਰ ਰਹੀ ਹੈ ਤਾਂ ਉਹਦੇ ਨਾਲ ਸਾਰਾ ਕੁਝ ਸਾਡੇ ਦੇਸ਼ ਦਾ ਢਾਂਚਾ ਜੁੜਿਆ ਹੋਇਆ ਹੈ। ਜਿਵੇਂ ਕਿ ਜੇ ਕਿਸਾਨ ਉੱਪਰ ਨਹੀਂ ਅੱਜ ਆ ਰਿਹਾ, ਕਿਸਾਨ ਦੀ ਲੁੱਟ ਹੋ ਰਹੀ ਹੈ ਜਾਂ ਕਿਸਾਨ ਭੁੱਖਾ ਮਰ ਰਿਹਾ, ਉਹ ਖੁਦਕਸ਼ੀਆਂ ਕਰ ਰਿਹਾ, ਕਰਜ਼ੇ ਦੇ ਹੇਠ ਦੀ ਮਾਰ ਹੇਠ ਆ ਰਿਹਾ, ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਮੜਨ ਜਾ ਰਹੇ ਹੈ, ਜਿਹੜੇ ਇਹ ਕਹਿ ਰਹੇ ਕਿ ਇਹ ਕਿਸਾਨਾਂ ਦੇ ਹੱਕ 'ਚ ਹੈ, ਇਹ ਬਿਲਕੁਲ ਕਿਸਾਨਾਂ ਦੇ ਹੱਕ 'ਚ ਨਹੀਂ, ਕਿਸੇ ਵੀ ਵਰਗ ਦੇ ਹੱਕ 'ਚ ਨਹੀਂ। ਕਿਉਂਕਿ ਇਹ ਕਾਨੂੰਨ ਹੈ ਜਿਹੜੇ ਸਾਰੇ ਲੋਕਾਂ ਦੀ ਹੇਠਲੇ ਲੈਵਲ ਤੇ, ਜੋ ਗਰੀਬ ਲੋਕ ਹੈ ਜਾਂ ਮਜ਼ਦੂਰ ਲੋਕ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਕਾਨੂੰਨ ਹੈ ਕੀ। ਅੱਜ ਅਸੀਂ ਇਹ ਦੱਸਣ ਜਾ ਰਹੇ ਹਾਂ। ਅਸੀਂ ਡੇਲੀ ਕਿਸੇ ਨਾ ਕਿਸੇ ਧਰਨੇ 'ਚ ਹੁੰਦੇ ਹਾਂ ਕਿ ਅਸਲ ਵਿੱਚ ਇਹ ਕਾਨੂੰਨ ਕੀ ਆ। ਇਹ ਹਰ ਇਨਸਾਨ ਦੇ ਵਿਰੋਧ 'ਚ ਭੁਗਤਦੇ ਨੇ ਕਾਨੂੰਨ। ਅੱਜ ਅਸੀਂ ਇਹੀ ਗੱਲਾਂ ਕਰਾਂਗੇ ਤੇ ਜਦੋਂ ਤੱਕ ਇਹ ਸੰਘਰਸ਼ ਲਗਾਤਾਰ ਕਿਸਾਨਾਂ ਦਾ ਚੱਲ ਰਿਹਾ, 31 ਜਥੇਬੰਦੀਆਂ ਦਾ, ਅਸੀਂ ਹਮੇਸ਼ਾ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਕਿਉਂਕਿ ਜਿਹੜੇ ਅਸੀਂ ਕਲਾਕਾਰ ਲੋਕ ਹਾਂ, ਅਸੀਂ ਇਹਨਾਂ ਕਿਸਾਨਾਂ ਦੇ ਧੀਆਂ ਪੁੱਤਾਂ, ਇਹਨਾਂ ਮਜ਼ਦੂਰਾਂ ਦੇ ਧੀਆਂ ਪੁੱਤਾਂ, ਇਹਨਾਂ ਵਪਾਰੀਆਂ ਦੇ ਧੀਆਂ ਪੁੱਤਾਂ, ਜਦ ਸਾਡੇ ਇਹ ਲੋਕ ਮਰ ਜਾਣਗੇ ਤੇ ਸਾਡੀ ਇੰਡਸਟਰੀ ਫਿਰ ਕਿੱਥੇ ਉੱਠੂਗੀ? ਅੱਜ ਅਸੀਂ ਆਪਣੇ ਲੋਕਾਂ ਨਾਲ ਗੱਲਾਂ ਕਰ ਰਹੇ ਹਾਂ। ਜੀ ਜੀ ਜੀ, ਦੇਸ਼ ਦਾ ਅੰਨਦਾਤਾ, ਸੂਬੇ ਦਾ ਅੰਨਦਾਤਾ ਬਹੁਤ ਦਿਨਾਂ ਤੋਂ ਸੜਕਾਂ ਤੇ ਹੈ, ਬਹੁਤ ਦਿਨਾਂ ਕੀ ਮਹੀਨੇ ਹੀ ਹੋ ਚੱਲੇ ਆ ਕਿ ਸੜਕਾਂ ਤੇ ਹੈਗਾ। ਜਿੱਥੇ ਇਹ ਚੀਜ਼ਾਂ ਹੋ ਰਹੀਆਂ ਨੇ, ਹਾਲਾਂਕਿ ਨੈਸ਼ਨਲ ਮੀਡੀਆ ਇਹ ਚੀਜ਼ਾਂ ਨਹੀਂ ਦਿਖਾ ਰਿਹਾ ਹੈ, ਜਿਹੜਾ ਆਪਣਾ ਪੰਜਾਬ ਦਾ ਮੀਡੀਆ ਉਸ ਚੀਜ਼ ਨੂੰ ਪੂਰੇ ਤਰੀਕੇ ਨਾਲ ਦਿਖਾ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸੂਬੇ ਤੋਂ ਬਾਹਰ ਹੋਰ ਸੂਬੇ ਨੇ, ਉੱਥੇ ਹੋਰ ਚੀਜ਼ਾਂ ਬਹੁਤ ਹੋ ਰਹੀਆਂ। ਉੱਥੇ ਹਾਥਰਸ ਵਰਗੇ ਕੇਸ ਹੋ ਰਹੇ ਆ, ਪੁਜਾਰੀ ਦੀ ਮੌਤ ਵਰਗੀ ਚੀਜ਼ਾਂ ਜਿਹੜੀਆਂ ਹੋ ਰਹੀਆਂ, ਕੀ ਕਹਿਣਾ ਚਾਹੋਗੇ? ਇਹ ਰਾਜੇ ਹੁਣੇ ਉੱਭਰ ਕੇ ਨਹੀਂ ਆਈਆਂ ਇਹ ਗੱਲਾਂ। ਇਹ ਤਾਂ 1947 ਤੋਂ ਜਦੋਂ ਸਾਡੇ ਦੇਸ਼ ਦੀ ਵੰਡ ਹੋ ਗਈ, ਜਦੋਂ ਇੱਥੋਂ ਸਾਡਾ ਗੋਰੇ ਲੋਕ ਚਲੇ ਗਏ ਤੇ ਉਹਨਾਂ ਦੇ ਰੂਪ ਦੇ ਵਿੱਚ ਇਹ ਕਾਲੇ ਲੋਕ ਆਏ ਨੇ। ਕਿਉਂਕਿ ਸਾਡੇ ਸ਼ਹੀਦ ਹੈ ਜਿਹੜੀਆਂ ਸ਼ਹਾਦਤਾਂ ਉਹ ਦੇ ਗਏ। ਮੈਨੂੰ ਨਹੀਂ ਲੱਗਦਾ ਕਿ ਇੰਨਾ 75 ਸਾਲਾਂ ਦੇ ਸਮੇਂ ਦੇ ਵਿੱਚ ਦੇਸ਼ ਨੇ ਕੋਈ ਤਰੱਕੀ ਕੀਤੀ ਆ। ਇਨਡਾਇਰੈਕਟਲੀ ਹਰ ਵਰਗ ਨਪੀੜਿਆ ਜਾ ਰਿਹਾ ਹੈ। ਇੱਥੇ ਜਿਹੜੀਆਂ ਕੁੜੀਆਂ ਜਾਂ ਔਰਤਾਂ, 2 ਸਾਲ ਦੀ ਬੱਚੀ ਤੋਂ ਲੈ ਕੇ 90 ਸਾਲ ਦੀ ਔਰਤ ਤੱਕ ਇੱਥੇ ਸੇਫ ਨਹੀਂ ਹੈ। ਇਕੱਲੀ ਹਾਥਰਸ ਦੀ ਪਹਿਲੀ ਸਾਡੇ ਧਿਆਨ ਦੇ ਵਿੱਚ ਨਹੀਂ ਆਈ ਤੇ ਨਾ ਹੀ ਇਹ ਅੱਗੇ ਤੋਂ ਇਹ ਕਿ ਇਹ ਰੁਕਣ ਜਾ ਰਹੀ ਹੈ। ਕਿਉਂਕਿ ਇਹ ਜਿਹੜੇ ਭੋਲੇ ਭਾਲੇ ਲੋਕ ਸੀ, ਜਦੋਂ ਜਮਾਂ ਹੀ ਇਹਨਾਂ ਦੇ ਘਰਾਂ ਤੱਕ ਇਹ ਸਮੱਸਿਆ ਹੁਣ ਅੱਪੜ ਕੇ ਆਈ ਹੈ, ਤਾਂ ਇਹ ਲੋਕ ਹੈ ਜਿਹੜੇ ਇਹਨਾਂ ਨੂੰ ਲੱਗ ਰਿਹਾ। ਪਰ ਇਹ ਅੱਜ ਦੀ ਨਹੀਂ ਘਟਨਾ, ਇਹ ਉਦੋਂ 47 ਤੋਂ ਬਾਅਦ ਹੁਣ ਤੱਕ ਦੀ ਇਹ ਘਟਨਾ ਹੈ। ਕਿਉਂਕਿ ਜਿਹੜੇ ਮੁੱਠੀ ਭਰ ਲੋਕ ਨੇ, ਉਹਨਾਂ ਦਾ ਕਬਜ਼ਾ ਸਾਡੀ ਪ੍ਰਾਪਰਟੀ ਦੇ ਉੱਤੇ, ਤੇ ਅਸੀਂ ਇਹ ਚਾਹਾਂਗੇ ਕਿ ਹਰ ਉਸ ਬੰਦੇ ਦਾ ਜਿਹੜੀ ਉਹਦੀ ਪ੍ਰਾਪਰਟੀ ਆ ਉਹਦਾ ਹੀ ਹੱਕ ਹੋਣਾ ਚਾਹੀਦਾ। ਜੀ, ਤੁਹਾਨੂੰ ਲੱਗਦਾ ਕਿ ਤਾਨਾਸ਼ਾਹੀ ਵੱਧ ਰਹੀ ਹੈ? ਬਿਲਕੁਲ ਬਿਲਕੁਲ, ਤਾਨਾਸ਼ਾਹੀ, ਹਿਟਲਰਬਾਜੀ। ਮੈਨੂੰ ਤਾਂ ਇਹ ਲੱਗਦਾ ਕਿ ਡੈਮੋਕ੍ਰੇਸੀ ਦਾ ਨਾਂ ਹੀ ਨਹੀਂ ਹੈ ਇੱਥੇ, ਡੈਮੋਕ੍ਰੇਸੀ ਹੈ ਹੀ ਨਹੀਂ। ਜੀ ਬਿਲਕੁਲ। ਹੁਣ ਪੰਗੂ ਮੈਡਮ, ਮੈਨੂੰ ਲੱਗਦਾ ਤੁਸੀਂ ਸਟੇਜ ਤੇ ਜਾਓਗੇ। ਬਿਲਕੁਲ ਜੀ। ਜੀ, ਸੋ ਜਿਵੇਂ ਕਿ ਹੁਣ
ਪੰਗੂ ਮੈਡਮ ਹੋਣੀ, ਉਹਨਾਂ ਨਾਲ ਯੋਗਰਾਜ ਜੀ, ਉਹਨਾਂ ਦਾ ਨਾਲ ਬਹੁਤ ਸਾਰੇ ਹੋਰ ਕਲਾਕਾਰ ਨੇ ਜਿਹੜੇ ਹੁਣ ਸਟੇਜ ਤੇ ਜਾ ਕੇ ਜਿਹੜੇ ਵੀ ਇੱਥੇ ਕਿਸਾਨ ਜਥੇਬੰਦੀਆਂ ਬੈਠੀਆਂ ਹੋਏ ਨੇ, ਜਿਹੜੇ ਆਮ ਲੋਕ ਇੱਥੇ ਆਏ ਨੇ, ਉਹਨਾਂ ਨੂੰ ਸੰਬੋਧਿਤ ਕਰਨਗੇ। ਔਰ ਹੁਣ ਅਸੀਂ ਸਟੇਜ ਵੱਲ ਚੱਲਦੇ ਹਾਂ ਔਰ ਦੇਖਦੇ ਹਾਂ ਕਿ ਉੱਥੇ ਕੀ ਗੱਲਾਂ ਜਿਹੜੀਆਂ ਹੈ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਔਰ ਕਿਸ ਤਰ੍ਹਾਂ ਜਿਹੜੇ ਉੱਥੇ ਜਿਹੜੇ ਹੋਰ ਲੋਕ ਉੱਥੇ ਉਹਨਾਂ ਨਾਲ ਜੁੜੇ ਹੋਏ ਨੇ ਉਹਨਾਂ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਜੋਸ਼ ਪਾ ਰਹੇ ਨੇ। ਸੋ ਆਓ ਚੱਲਦੇ ਹਾਂ। ਸੋ ਇਸ ਵੇਲੇ ਮੇਰੇ ਨਾਲ ਅਮਰ ਨੂਰੀ ਜੀ ਔਰ ਸਰਦੂਲ ਸਿਕੰਦਰ ਜੀ ਮੌਜੂਦ ਨੇ। ਅੱਜ ਤੁਸੀਂ ਇੱਥੇ ਆਏ ਹੋਏ ਹੋ ਨਜ਼ਿਫਟਾਂ ਦੇ ਟੀਮ ਵੱਲੋਂ, ਤੋਂ ਅਸੀਂ ਸਾਰੇ ਇੱਥੇ ਮੈਂਬਰ ਜਿਹੜੇ ਪਹੁੰਚੇ ਹੋਏ ਨੇ ਔਰ ਮਰਿੰਡਾ ਦੇ ਵਿਖੇ ਜਿਹੜਾ ਹੈ ਧਰਨਾ ਲਗਾਇਆ ਜਾ ਰਿਹਾ ਕਿਸਾਨ ਜਥੇਬੰਦੀਆਂ ਨਾਲ, ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਹੈ ਜੀ, ਕਿਉਂਕਿ ਇੱਕ ਇਹ ਲੜਾਈ ਇਕੱਲੀ ਕਿਸਾਨਾਂ ਦੀ ਨਹੀਂ ਹੈ, ਇਹ ਲੜਾਈ ਪੂਰੇ ਪੰਜਾਬ ਦੀ ਹੈ। ਕਿਉਂਕਿ ਧਰਤੀ ਜੇ ਸਾਡੀ ਮਾਂ ਹੈ ਤਾਂ ਉਹਦੇ ਵਿੱਚੋਂ ਅੰਨ ਉਗਾਉਣ ਵਾਲਾ ਸਾਡਾ ਅੰਨਦਾਤਾ ਕਿਸਾਨ ਹੈ। ਜੇ ਕਿਸਾਨ ਪਰੇਸ਼ਾਨ ਹੈ ਤਾਂ ਪੂਰਾ ਸੰਸਾਰ ਪਰੇਸ਼ਾਨ ਹੈ। ਇਹ ਹਿਸਟਰੀ ਦੇ ਵਿੱਚ ਪਹਿਲੀ ਵਾਰ ਸੁਣ ਰਹੇ ਹਾਂ ਇੱਦਾਂ ਦੀ ਗੱਲ ਕਿ ਉਗਾਓ ਤੁਸੀਂ, ਉਹਦਾ ਰੇਟ ਕੋਈ ਹੋਰ ਲਾਵੇ। ਇਹ ਕਿੱਥੋਂ ਦਾ ਇਨਸਾਫ ਹੈ? ਜੇ ਅਸੀਂ ਕਿਸੇ ਨੂੰ ਕਹੀਏ, ਜਿਹੜੀਆਂ ਸਰਕਾਰਾਂ ਨੇ, ਹਾਕਮਾਂ ਨੇ ਸਾਡੇ ਤੇ ਆਰਡਰ ਲਾਗੂ ਕੀਤੇ ਨੇ, ਜੇ ਅਸੀਂ ਉਹਨਾਂ ਨੂੰ ਕਹੀਏ ਕਿ ਵੱਡੀਆਂ ਫਰਮਾਂ ਨੇ ਕਿਸੇ ਵੀ ਕੰਪਨੀ ਦੀਆਂ, ਉਹਨਾਂ ਨੂੰ ਕਹੀਏ ਵੀ ਤੁਸੀਂ ਕੰਮ ਤੁਸੀਂ ਕਰੋ, ਰੇਟ ਅਸੀਂ ਲਗਾਵਾਂਗੇ, ਜੇ ਉਹ ਸਹਿਮਤ ਹੋ ਜਾਣ ਤੇ ਅਸੀਂ ਵੀ ਸਹਿਮਤ ਹੋ ਜਾਵਾਂਗੇ। ਇੱਦਾਂ ਕਦੇ ਨਹੀਂ ਹੁੰਦਾ। ਇਹ ਧੱਕਾ ਹੈ, ਸਰਾਸਰ ਧੱਕਾ ਹੈ। ਅਤੇ ਉਹਨਾਂ ਦੀ ਬਦਕਿਸਮਤੀ ਹੈ, ਹਾਕਮਾਂ ਦੀ, ਸੈਂਟਰ ਦੀ ਬਦਕਿਸਮਤੀ ਹੈ ਕਿ ਉਹਨਾਂ ਦਾ ਪੰਗਾ ਐਸੀ ਕੌਮ ਨਾਲ ਪਿਆ ਕਿ ਜਿਹੜੀ ਪਿੱਛੇ ਹੀ ਨਹੀਂ ਹਟਦੀ, ਜਿਨ੍ਹਾਂ ਨੇ ਕੰਮ ਕੀਤਾ ਤੇ ਕੰਮ ਕਰਕੇ ਹੀ ਹਟਣਾ ਹੈ। ਸੋ ਇਸ ਕਰਕੇ ਧੱਕਾ ਤਾਂ ਕਿਸੇ ਨਾਲ ਵੀ ਹੋਵੇ ਉਹ ਸਹਾਰਿਆ ਨਹੀਂ ਜਾਂਦਾ। ਅਤੇ ਉਹ ਵੀ ਖਾਸ ਕਰਕੇ ਜਿਸ ਤੋਂ ਜਿਹੜਾ ਇਨਸਾਨ ਹੈ ਉਹ ਪੈਦਾ ਹੁੰਦੇ ਹੀ, ਜਦੋਂ ਪੈਦਾ ਹੁੰਦਾ ਹੈ, ਉਹ ਮਾਂ ਤੋਂ ਬਾਅਦ ਸਿੱਧਾ ਅੰਨ ਖਾਣਾ ਸ਼ੁਰੂ ਕਰਦਾ। ਅੰਨ ਖਾ ਕੇ ਉਹ ਐਡਾ ਵੱਡਾ ਹੁੰਦਾ। ਉਸ ਅੰਨ ਨੂੰ ਉਗਾਉਣ ਵਾਲਾ ਅੰਨਦਾਤਾ ਜਿਹੜਾ ਹੈ ਉਹ ਇੰਨਾ ਪਰੇਸ਼ਾਨ ਹੈ। ਇਹਨਾਂ ਨੂੰ ਪਤਾ ਹੀ ਨਹੀਂ, ਜਿਹੜੀਆਂ ਸਰਕਾਰਾਂ ਨੇ, ਵੀ ਕਿਸਾਨੀ ਹੁੰਦੀ ਕਿੱਦਾਂ, ਖੇਤੀ ਹੁੰਦੀ ਕਿੱਦਾਂ। ਅਸੀਂ ਖੇਤੀ ਕੀਤੀ ਹੈ, ਸਾਨੂੰ ਪਤਾ ਵੀ ਖੇਤੀ ਕਿਵੇਂ ਹੁੰਦੀ ਹੈ। ਰਾਤ ਨੂੰ ਜਦੋਂ ਸਰਦੀਆਂ ਦੇ ਦਿਨ ਹੁੰਦੇ ਨੇ ਤਾਂ ਕਿਆਰੇ 'ਚ ਜਦੋਂ ਪਾਣੀ ਲਾਇਆ ਜਾਂਦਾ ਤਾਂ ਜਿਹੜਾ ਕਿਸਾਨ ਹੈ ਉਹ ਸਰਦੀਆਂ ਦੇ ਵਿੱਚ ਜਿਹੜਾ ਪੈਰ ਆਪਣੇ ਕਿਆਰੇ 'ਚ ਰੱਖ ਕੇ ਸੌਂਦਾ ਹੈ। ਇਸ ਕਰਕੇ ਵੀ ਜਦੋਂ ਪਾਣੀ ਆ ਜਾਵੇ ਤਾਂ ਮੇਰੇ ਪੈਰਾਂ ਨੂੰ ਲੱਗੇ, ਪਤਾ ਲੱਗ ਜਾਵੇ ਕਿਆਰਾ ਭਰ ਗਿਆ। ਉੱਥੇ ਪਾਣੀ ਵੀ ਆ ਸਕਦਾ, ਉੱਥੇ ਸੱਪ ਵੀ ਆ ਸਕਦਾ ਅਤੇ ਉੱਥੇ ਕੁਛ ਵੀ ਆ ਸਕਦਾ। ਉਹ ਉਹਦੀ ਕਿਸਮਤ ਹੈ ਕਿਸਾਨ ਦੀ ਕਿ ਉਹਨੂੰ ਕੀ ਲੜਦਾ ਹੈ, ਕੀ ਹੁੰਦਾ ਹੈ, ਕੀ ਨਹੀਂ ਹੁੰਦਾ। ਪਰ ਜਦੋਂ ਦੀ ਫਸਲ ਹੋ ਜਾਂਦੀ ਹੈ ਅਤੇ ਕੋਈ ਏਜੰਟ ਆਏਗਾ ਅਤੇ ਉਹ ਆ ਕੇ ਕਹੇਗਾ ਕਿ ਮੈਂ ਤੈਨੂੰ 300 ਰੁਪਏ ਕੁਇੰਟਲ ਦੇਣੀ ਆ। ਇਹ ਕਿੱਥੋਂ ਦਾ ਇਨਸਾਫ ਹੈ? ਇੱਦਾਂ ਸਰਾਸਰ ਤੱਕ ਹੈ। ਇਹ ਇਕੱਲਾ ਕਿਸਾਨ ਨਹੀਂ, ਇਹ ਜਿਹਨੇ ਵੀ ਇਸ ਧਰਤੀ ਦਾ ਅੰਨ ਖਾਧਾ ਹੈ, ਜਿਸ ਬੰਦੇ ਨੇ ਵੀ ਇਸ ਧਰਤੀ ਦਾ ਦਾਣਾ ਖਾਧਾ ਹੈ, ਉਹ ਹਰਾਮਖੋਰ ਆਦਮੀ ਹੈ ਜੋ ਅੱਜ ਨਾਲ ਨਹੀਂ ਲੱਗੇਗਾ। ਉਹ ਗੱਦਾਰ ਹੈ ਬੰਦਾ ਜਿਹੜਾ ਅੱਜ ਇਹਨਾਂ ਦੇ ਨਾਲ ਨਹੀਂ ਲੱਗੇਗਾ। ਕਿਉਂਕਿ ਅਸੀਂ ਸਾਰੇ ਲੋਕ ਇਹ ਦਾਣਾ ਖਾ ਕੇ ਅਸੀਂ ਪਲੇ ਹਾਂ, ਦਾਣਾ ਚੁੱਕ ਕੇ ਅਸੀਂ ਵੱਡੇ ਹੋਏ ਹਾਂ। ਅਸੀਂ ਇਸ ਧਰਤੀ ਨਾਲ ਬੇਇਨਸਾਫੀ ਕਿਵੇਂ ਅਸੀਂ ਜਰ ਸਕਦੇ ਹਾਂ, ਉਸ ਅੰਨਦਾਤੇ ਨਾਲ ਬੇਇਨਸਾਫੀ ਕਿਵੇਂ ਜਰ ਸਕਦੇ ਹਾਂ। ਜਦ ਕਿ ਹੋਰ ਕੌਮ ਨਹੀਂ, ਐਡੀਆਂ ਵੱਡੀਆਂ ਇੰਡਸਟਰੀਜ਼ ਨੇ, ਉਹਨਾਂ ਨੂੰ ਕਹੋ ਕਿ ਤੁਸੀਂ ਕੰਮ ਕਰੋ ਅਤੇ ਰੇਟ ਅਸੀਂ ਲਾਵਾਂਗੇ। ਕਦੇ ਹੋ ਨਹੀਂ ਸਕਦਾ। ਕਦੇ ਉਹ ਤੁਹਾਨੂੰ ਦੇਲ ਹੀ ਨਹੀਂ ਚੜ੍ਹਨ ਦੇਣਗੇ। ਕਦੇ ਏਜੰਟ ਆਏਗਾ। ਏਜੰਟ ਦਾ ਕੀ ਰੋਲ ਹੈ ਕਿ ਮੈਂ ਤੇਰੇ ਕਣਕ ਦਾ ਮੈਂ ਤੈਨੂੰ 200 ਰੁਪਏ ਕੁਇੰਟਲ ਦੇਵਾਂ, ਤੈਨੂੰ 2000 ਰੁਪਏ ਕੁਇੰਟਲ ਦੇਵਾਂ? ਨਹੀਂ, ਇਹ ਜਿਹਦੀ ਪੈਦਾਇਸ਼ ਹੈ, ਹੱਕ ਵੀ ਉਹਦਾ ਹੀ ਹੈ, ਰੇਟ ਵੀ ਉਹੀ ਲਾਵੇ। ਜੀ ਨੂਰੀ ਮੈਮ, ਬਹੁਤ ਸਾਰੀ ਬੀਬੀ ਭੈਣਾਂ ਵੀ ਜਿਹੜੀਆਂ ਹੈ ਬੀਬੀਆਂ ਭੈਣਾਂ ਜੁੜੀਆਂ ਹੋਈਆਂ ਨੇ ਇਸ ਧਰਨਿਆਂ ਦੇ ਵਿੱਚ ਲਗਾਤਾਰ, ਚਾਹੇ ਉਹ ਪਟਰੀਆਂ, ਰੇਲ ਦੀ ਪਟਰੀਆਂ 'ਤੇ ਹੋਣ, ਚਾਹੇ ਸੜਕਾਂ 'ਤੇ ਹੋਣ। ਤੁਸੀਂ ਵੀ ਅੱਜ ਇੱਥੇ ਆਏ ਹੋ, ਕੀ ਕਹਿਣਾ ਚਾਹੋਗੇ? ਬਸ ਇਹੀ, ਜਿਵੇਂ ਸਰਦੂਲ ਜੀ ਨੇ ਦੱਸਿਆ, ਆਪਾਂ ਸਾਰਿਆਂ ਨੂੰ ਇਹੀ ਹੈ ਕਿ ਚਾਹੇ ਕੋਈ ਵੀ ਮਹਿਕਮਾ ਹੈ, ਗੱਲ ਇਹ ਸਿਰਫ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ, ਸਾਰਿਆਂ ਦੀ ਹੈ। ਸਾਡੇ ਪੰਜਾਬ ਦੀ ਧਰਤੀ ਹੈ ਇਹ। ਔਰ ਜਿਹੜਾ ਬੰਦਾ ਅੰਨ ਖਾ ਕੇ, ਸਾਡਾ ਸਰੀਰ ਅੰਨ ਤੋਂ ਬਣਿਆ ਹੈ, ਅੰਨ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਇਹ ਕੱਪੜਾ ਪਾਉਂਦੇ ਆ, ਇਹ ਵੀ ਕਿਸਾਨਾਂ ਤੋਂ ਹੀ ਆਉਂਦਾ ਹੈ। ਕਿਸਾਨ ਸਾਡੇ ਲਈ ਅੰਨ ਉਗਾਉਂਦਾ ਤਾਂ ਅਸੀਂ ਅੱਜ ਜਿਉਂਦੇ, ਤਾਂ ਸਾਹ ਲੈ ਰਹੇ ਹਾਂ। ਜਿਵੇਂ ਸਰਦੂਲ ਜੀ ਨੇ ਦੱਸਿਆ ਕਿ ਕੋਈ ਵੀ ਕੰਪਨੀ, ਜਿਹੜੀਆਂ ਹੋਰ ਵੱਡੀਆਂ ਕੰਪਨੀਆਂ ਨੇ, ਉਹ ਜਦੋਂ ਆਪਣਾ ਮਾਲ ਤਿਆਰ ਕਰਦੀਆਂ ਨੇ ਤਾਂ ਉਹ ਆਪਣੇ ਹਿਸਾਬ ਨਾਲ ਦੇਖਦੇ ਨੇ ਸਾਡੀ ਕੁਆਲਿਟੀ ਕੀ ਹੈ, ਸਾਡਾ ਹਿਸਾਬ ਕਿਤਾਬ ਕੀ ਹੈ, ਉਹਦੇ ਹਿਸਾਬ ਨਾਲ ਰੇਟ ਲਾਉਂਦੀਆਂ ਨੇ ਉਹ ਕਿ ਹਾਂ ਸਾਡਾ ਰੇਟ ਆ ਹੈ। ਵੱਡੇ ਬ੍ਰਾਂਡ ਨੇ, ਕਦੇ ਕਿਸੇ ਨੇ ਕਿਹਾ ਕਿ ਵੀ ਹਾਂ ਇਹ ਇੱਦਾਂ ਇੰਨਾ ਮਹਿੰਗਾ ਬ੍ਰਾਂਡ ਕਿਉਂ ਹੈਗਾ? ਕੁਆਲਿਟੀ ਚਾਹੇ ਉਹਦੀ ਸੇਮ ਹੋਵੇ, ਆਮ ਆਪਾਂ ਜਿਹੜਾ ਚੀਜ਼ ਲੈਂਦੇ ਆਮ ਦੁਕਾਨ ਤੋਂ, ਤੇ ਬ੍ਰਾਂਡ ਆ ਸੇਮ ਕੁਆਲਿਟੀ ਹੁੰਦੀ ਆ, ਪਰ ਉਹ ਕਹਿੰਦੇ ਨੇ ਸਾਡਾ ਜਿਹੜਾ ਬ੍ਰਾਂਡ ਹੈਗਾ ਇਹ ਬਹੁਤ ਬੜਾ ਮਹਾਨ ਆ, ਬੜਾ ਕੁਆਲਿਟੀ ਵਾਲਾ, ਇਹਦਾ ਆਹ ਰੇਟ ਹੈਗਾ। ਤੇ ਜਿਹੜਾ ਬੰਦਾ ਅੰਨ ਉਗਾਉਂਦਾ ਹੈ, ਜਿਹਦੇ ਬਿਨਾਂ ਅਸੀਂ ਜੀ ਨਹੀਂ ਸਕਦੇ, ਬ੍ਰਾਂਡ ਤੋਂ ਬਿਨਾਂ ਤਾਂ ਅਸੀਂ ਜੀ ਵੀ ਸਕਦੇ ਹਾਂ, ਜਿਹੜਾ ਅੰਨ ਸਾਡੇ ਸਰੀਰ ਨੂੰ ਪਾਲਦਾ ਹੈ,
ਉਹਨੂੰ ਅਸੀਂ ਉਹਦੇ ਜਿਹੜੀ ਉਹ ਇੰਨੀ ਮਿਹਨਤ ਕਰਦਾ ਹੈ, ਦਿਨ ਰਾਤ ਧੁੱਪਾਂ, ਸਰਦੀਆਂ, ਗਰਮੀਆਂ, ਬਰਸਾਤਾਂ ਸਾਰੀਆਂ ਚੱਲਦਾ ਹੈ। ਔਰ ਫਿਰ ਉਸ ਤੋਂ ਬਾਅਦ ਇਹ ਵੀ ਨਹੀਂ ਹੈ ਕਿ ਜਿੰਨੀ ਇੰਨੀ ਮਿਹਨਤ ਕਰਨ ਤੋਂ ਬਾਅਦ ਕਈ ਵਾਰੀ ਉਹਦੀ ਫਸਲ ਤੇ ਗੜੇ ਪੈ ਜਾਂਦੇ ਆ, ਕਦੇ ਕੋਈ ਜਿਹੜੀਆਂ ਆਫਤਾਂ ਆਉਂਦੀਆਂ ਨੇ, ਕੁਦਰਤ ਦੀਆਂ ਜਿਹੜੀਆਂ ਆਫਤਾਂ ਆਉਂਦੀਆਂ ਨੇ, ਉਹ ਵੀ ਉਹ ਸਹਿੰਦਾ ਵਿਚਾਰਾ। ਤੇ ਉਹਨੂੰ ਉਹਦੀ ਮਿਹਨਤ ਦਾ ਫਲ ਕਿਉਂ ਨਹੀਂ ਮਿਲਦਾ, ਉਹਦੀ ਮਿਹਨਤ ਦੀ ਜਿਹੜੀ ਉਹਦਾ ਹੱਕ ਹੈ ਉਹ ਕਿਉਂ ਨਹੀਂ ਮਿਲਦਾ? ਤੇ ਐਦਾਂ ਕਿੱਦਾਂ ਜਿਵੇਂ ਕਿਸੇ ਦੇ ਘਰੇ ਜਾ ਕੇ ਕੋਈ ਕਹੇ ਤੁਹਾਡੇ ਘਰ ਨੂੰ ਅਸੀਂ ਚਲਾਵਾਂਗੇ ਜੀ, ਜੋ ਕੁਝ ਕਰਨਾ ਹੈ ਤੁਸੀਂ ਉਹ ਸਾਡੇ ਹਿਸਾਬ ਨਾਲ ਕਰਨਾ ਹੈ, ਐਦਾਂ ਥੋੜੀ ਹੁੰਦਾ ਹੈ। ਸਾਡੇ ਪੰਜਾਬ ਦੀ ਜ਼ਮੀਨ ਆ, ਇਹ ਸਿਰਫ ਕਿਸਾਨਾਂ ਦਾ ਰੌਲਾ ਨਹੀਂ, ਸਾਡੇ ਸਾਰਿਆਂ ਦਾ ਪੰਜਾਬੀਆਂ ਦਾ ਰੌਲਾ ਹੈ। ਅਗਰ ਕੋਈ ਬੰਦਾ ਵੀ, ਜਿਵੇਂ ਸਰਦੂਲ ਜੀ ਨੇ ਕਿਹਾ ਕਿ ਜਿਹੜਾ ਬੰਦਾ ਇਸ ਧਰਤੀ ਤੋਂ ਜੰਮਿਆ, ਇੱਥੋਂ ਦਾ ਅੰਨ ਖਾਦਾ ਹੈ, ਉਹ ਬੰਦਾ ਅੱਜ ਨਾਲ ਨਹੀਂ ਖੜਦਾ, ਜਾਂ ਕੋਈ ਵੀ ਮਹਿਕਮੇ ਨੇ, ਜਿੰਨੇ ਵੀ ਪੰਜਾਬ ਦੇ ਮਹਿਕਮੇ ਨੇ, ਉਹਨਾਂ ਨੂੰ ਪੰਜਾਬ ਦੇ ਇਹਨਾਂ ਦੇ ਵਿੱਚ ਹੱਕ ਸੱਚ ਦੀ ਲੜਾਈ ਹੈ। ਇਹ ਕੋਈ ਕਿਸੇ ਇੱਕ ਦੀ ਲੜਾਈ ਨਹੀਂ ਹੈਗੀ, ਸਾਡੇ ਪੰਜਾਬ ਦੀ ਲੜਾਈ ਆ, ਸਾਡੇ ਪੰਜਾਬ ਦੇ ਉੱਤੇ ਹੱਲਾ ਇਹਨੂੰ ਪੰਜਾਬ ਸਾਡਾ ਬਿਲਕੁਲ ਖੋਖਲਾ ਹੋ ਜਾਏਗਾ, ਬਿਲਕੁਲ ਸਾਡੀ ਪੰਜਾਬੀ ਦੀ ਪਹਿਚਾਣ ਖਤਮ ਹੋ ਜਾਏਗੀ ਜੇ ਅਸੀਂ ਅੱਜ ਨਾ ਖੜੇ। ਇਸ ਕਰਕੇ ਜਿਹੜਾ ਬੰਦਾ ਨਹੀਂ ਨਾਲ ਖੜ ਰਿਹਾ ਉਹ ਗਦਾਰ ਹੈ ਮੇਰੇ ਹਿਸਾਬ ਨਾਲ ਪੰਜਾਬ ਦਾ। ਅਸੀਂ ਨਾਲ ਖੜੇ, ਡਟ ਕੇ ਖੜੇ ਹਾਂ, ਅਸੀਂ ਹੱਕ ਸੱਚ ਦੀ ਲੜਾਈ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਬਿਲਕੁਲ ਜੀ ਜੀ। ਸਰਦੂਲ ਜੀ, ਇੱਕ ਆਖਰੀ ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਕਿ ਹਰ ਕੋਈ ਕਹਿ ਰਿਹਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਇਸ ਵੇਲੇ ਤਾਨਾਸ਼ਾਹੀ ਹੋ ਚੁੱਕੀ ਹੈ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਤਾਨਾਸ਼ਾਹਾਂ ਦੇ ਜਿਹੜੀ ਕੰਨਾਂ ਤੱਕ ਜਾਂ ਕੰਨਾਂ ਤੱਕ ਗੱਲ ਤਾਂ ਜ਼ਰੂਰ ਪਹੁੰਚੀ ਹੈ ਕਿ ਉਹ ਸਾਡੇ ਕਿਸਾਨਾਂ ਦੇ ਜਾਂ ਸਾਡੇ ਆਮ ਇਨਸਾਨ ਲੋਕਾਂ ਦੇ ਹੱਕ ਦੇ ਵਿੱਚ ਜਾਂ ਹਿੱਤ ਦੇ ਵਿੱਚ ਕੁਝ ਹੁਣ ਅਮੈਂਡਮੈਂਟਸ ਕਰ ਸਕਦੇ ਨੇ ਕਾਨੂੰਨ ਦੇ ਵਿੱਚ? ਜਿਉਂ ਕਰ ਸਕਦੇ ਨੇ, ਕਰਨਾ ਪਏਗਾ, ਹੈਵ ਟੂ, ਕਿਉਂਕਿ ਉਹਨਾਂ ਨੂੰ ਪਤਾ ਹੈ, ਕਿਉਂਕਿ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਲਾਅ ਹੈ ਇਹ ਬਿਹਾਰ ਦੇ ਵਿੱਚ ਲੱਗ ਚੁੱਕਿਆ ਆਲਰੇਡੀ, ਕਿਉਂਕਿ ਉਹ ਬਿਹਾਰੀ ਲੋਕ ਜਿਹੜੇ ਅਸੀਂ ਉਹਨਾਂ ਨੂੰ, ਸਾਡੇ ਦੇਸ਼ ਦੇ ਲੋਕ ਨੇ, ਸਾਡੇ ਆਪਣੇ ਲੋਕ ਨੇ, ਪਰ ਉਹ ਮੇਰਾ ਖਿਆਲ ਹੈ ਪਤਾ ਨਹੀਂ ਕਿਉਂ ਨਹੀਂ ਬੋਲੇ, ਪਰ ਇਹਨਾਂ ਨੇ ਪੰਜਾਬੀਆਂ ਨਾਲ ਪੰਗਾ ਲਾਇਆ, ਇਹਨਾਂ ਨੂੰ ਇਹ ਭੁਗਤਣਾ ਪਏਗਾ। ਇਹਨਾਂ ਨੂੰ ਇਹ ਜਿਹੜੀ ਇਹਨਾਂ ਦੇ ਮਨਸੂਬੇ ਨੇ ਉਹਨਾਂ ਨੂੰ ਤਿਆਗਣੇ ਪੈਣਗੇ। ਜਿਹੜੇ ਵੀ ਇਹਨਾਂ ਦੀਆਂ ਜਿਹੜੀਆਂ ਗਲਤ ਇਹਨਾਂ ਦੀਆਂ ਜਿਹੜੇ ਵੀ ਆਰਡੀਨੈਂਸ ਬਣਾਏ ਨੇ ਉਹਨਾਂ ਨੂੰ ਚੇਂਜ ਕਰਨੇ ਪੈਣਗੇ, ਨਹੀਂ ਤਾਂ ਫਿਰ ਦਿੱਲੀ ਨਾਲ ਲੜਨਾ ਆਉਂਦਾ ਸਾਨੂੰ ਫਿਰ। ਨਾਲੇ ਇੱਕ ਇਹ ਵੀ ਗੱਲ ਹੈ ਕਿ ਜਿਹੜੇ ਲੋਕ ਹਜੇ ਤੱਕ ਸਾਡੇ ਪੰਜਾਬ 'ਚ ਰਹਿਣ ਵਾਲੇ ਕਿਸੇ ਵੀ ਮਹਿਕਮੇ ਦੇ ਹਜੇ ਤੱਕ ਵੀ ਨਹੀਂ ਜਾਗੇ, ਜਿਨ੍ਹਾਂ ਨੂੰ ਹਜੇ ਤੱਕ ਵੀ ਸੁਰਤ ਨਹੀਂ ਆਈ ਕਿ ਸਾਡੇ ਪੰਜਾਬ ਨਾਲ ਕੀ ਹੋ ਰਿਹਾ ਹੈ, ਉਹਨਾਂ ਨੂੰ ਮੈਂ ਬੇਨਤੀ ਕਰਦੀ ਕਿ ਜਾਗੋ, ਆਪਣੇ ਹੱਕ ਨੂੰ ਪਹਿਚਾਣੋ ਵੀ ਤੁਹਾਡੇ ਨਾਲ ਕੀ ਹੋ ਰਿਹਾ ਹੈ। ਤੁਹਾਨੂੰ ਖੜਨਾ ਚਾਹੀਦਾ ਹੈ। ਤੁਸੀਂ ਕਿਸੇ ਵੀ ਉਹਦੇ ਵਿੱਚ, ਤੁਸੀਂ ਕਿਸੇ ਵੀ ਮਹਿਕਮੇ 'ਚ ਚਾਹੇ। ਇਸ ਕਰਕੇ ਸਾਨੂੰ ਅੱਜ ਮੈਂ ਕਿੰਨੇ ਦਿਨਾਂ ਤੋਂ ਬਿਮਾਰ ਸੀਗੀ, ਮੇਰੇ ਸੈੱਲ ਬਿਲਕੁਲ ਡਾਊਨ ਹੋ ਗਏ ਸੀਗੇ, ਮੇਰੇ ਤੋਂ ਹਿੱਲਿਆ ਤੁਰਿਆ ਨਹੀਂ ਸੀ ਜਾਂਦਾ। ਇਹ ਮੈਨੂੰ ਕਹਿੰਦੇ ਸੀ ਦੇਖ ਲਾ, ਮੈਂ ਕਿਹਾ ਨਹੀਂ ਮੈਂ ਜਾਊਂਗੀ, ਆਪਣੇ ਦੇਸ਼ ਲਈ ਆ ਨਾ। ਜਿਹੜੇ ਸਾਡੇ ਦੇਸ਼ ਦੇ ਜਵਾਨ ਜਾ ਕੇ ਉੱਥੇ ਸ਼ਹੀਦ ਹੁੰਦੇ ਨੇ, ਮਰਦੇ ਨੇ ਸਾਡੇ ਵਾਸਤੇ, ਤੇ ਕੀ ਅਸੀਂ ਥੋੜੀ ਜਿਹੀ ਬਿਮਾਰੀ ਕਰਕੇ ਅਸੀਂ ਆਪਣੇ ਨਾਲ ਕਿਸਾਨਾਂ ਦੇ ਨਾਲ ਖੜ ਨਹੀਂ ਸਕਦੇ ਜਾ ਕੇ? ਇਸ ਕਰਕੇ ਮੈਂ ਕਿਹਾ ਮੇਰੀ ਚਾਹੇ ਜਿੰਨੀ ਮਰਜ਼ੀ ਸਿਹਤ ਖਰਾਬ ਹੋਵੇ ਮੈਂ ਬਿਲਕੁਲ ਜਾਊਂਗੀ। ਅੱਜ ਮੇਰੀ ਸਿਹਤ ਖਰਾਬ ਸੀ ਪਰ ਫਿਰ ਵੀ ਮੈਂ ਆਈ ਹਾਂ ਵੀ ਨਹੀਂ, ਅਸੀਂ ਨਾਲ ਖੜੇ ਹਾਂ, ਸਾਡਾ ਪੰਜਾਬ, ਅਸੀਂ ਆਪਣੇ ਪੰਜਾਬ ਦੀ ਰਾਖੀ ਲਈ ਖੜੇ ਹਾਂ। ਜੀ ਜੀ ਬਿਲਕੁਲ ਨੂਰੀ ਜੀ, ਜਿਸ ਤਰ੍ਹਾਂ ਤੁਸੀਂ ਆਪਣਾ ਹੌਸਲਾ ਬਿਲਕੁਲ ਬਣਾ ਕੇ ਆਏ ਹੋ ਕਿ ਚਾਹੇ ਕੁਝ ਵੀ ਹੋ ਜਾਏ, ਚਾਹੇ ਮੈਂ ਬਿਮਾਰ ਹੋਵਾਂ, ਮੈਂ ਖੜੇ ਰਹਿਣਾ ਹੈ ਕਿਸਾਨਾਂ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਹਰ ਕੋਈ ਇਸ ਤਰ੍ਹਾਂ ਖੜਾ ਹੋਵੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਾਡੇ ਨਾਲ ਜੁੜੇ ਸਨ ਸਰਦੂਲ ਸਿਕੰਦਰ ਜੀ ਔਰ ਅਮਨ ਨੂਰੀ ਜੀ। ਉਹਨਾਂ ਨੇ ਕਿਹਾ ਹੈ ਕਿ ਚਾਹੇ ਕੁਝ ਵੀ ਹੋ ਜਾਏ, ਹਰ ਇੱਕ ਮਹਿਕਮੇ ਨੂੰ ਜਾਗਣ ਦੀ ਜ਼ਰੂਰਤ ਹੈ। ਹਰ ਇੱਕ ਸ਼ਖਸ ਨੂੰ ਜਿਹੜਾ ਹੈ ਉਹ ਸੜਕਾਂ ਤੇ, ਚਾਹੇ ਰੇਲ ਪਟੜੀਆਂ ਤੇ ਆਉਣ ਦੀ ਜ਼ਰੂਰਤ ਹੈ। ਧਰਨਿਆਂ ਦੇ ਵਿੱਚ ਆਪਣੀ ਸ਼ਮੂਲੀਅਤ ਦੇਣੀ ਬਹੁਤ ਜ਼ਰੂਰੀ ਹੈ, ਤਾਂ ਹੀ ਜੋ ਕੇਂਦਰ ਸਰਕਾਰ ਹੈ ਉਹ ਜਾਗੇਗੀ। ਜਾਗ ਹਾਲਾਂਕਿ ਚੁੱਕੀ ਹੈ, ਤਾਂ ਹੀ ਕੁਝ ਅਮੈਂਡਮੈਂਟ ਜਿਹੜੀਆਂ ਕਰ ਸਕਦੀ ਹੈ। ਸੋ ਹੁਣ ਜੋ ਵੀ ਇੱਥੇ ਮੋਰਿੰਡਾ ਦੇ ਵਿੱਚ ਜਿਹੜੀ ਵੀ ਜਥੇਬੰਦੀਆਂ ਜੋ ਵੀ ਸਪੀਚਸ ਦੇਣਗੀਆਂ ਜਾਂ ਜਿਹੜੇ ਵੀ ਕਲਾਕਾਰ ਸਪੀਚਸ ਦੇਣਗੇ, ਉਹ ਵੀ ਤੁਹਾਡੇ ਤੱਕ ਜ਼ਰੂਰ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।